गली में मारे फेरे पास आने को मेरे, गली में मारे फेरे पास आने को मेरे। कभी परखता नैन मेरे तो कभी परखता तोर, कभी परखता नैन मेरे तो कभी परखता तोर। अंबर सरिया मुंडिया वे कचिया कलियां ना तोड़, तेरी माँ ने बोले हैं मुझे तीखे से बोल। अंबर सरिया। ਜਦੋਂ ਵੀ ਮੇਰੀ ਕਿਸੇ ਨਾਲ ਗੱਲ ਹੁੰਦੀ ਹੈ ਨਾ ਤੇ ਸਤਿੰਦਰ ਸਰਤਾਜ ਜੀ ਇੱਕ ਅਜਿਹੀ ਪਰਸਨੈਲਿਟੀ ਹੈ, ਇੱਕ ਅਜਿਹੇ ਉਹ ਆਰਟਿਸਟ ਨੇ ਜਿਨ੍ਹਾਂ ਨੂੰ ਪਸੰਦ ਕਰਨ ਵਾਲਾ ਇੱਕ ਕਲਾਸ ਕੈਟੇਗਰੀ ਹੈ। ਮਾਸ ਘੱਟ ਹੈ, ਕਲਾਸ ਜ਼ਿਆਦਾ ਹੈ ਨਾ। ਸੋ ਕੁੜੀਆਂ ਜਦੋਂ ਕਹਿੰਦੀਆਂ ਨੇ ਨਾ ਕਿ ਅਸੀਂ ਉਹਨਾਂ ਦੇ ਗਾਣੇ ਸੁਣ ਕੇ ਵੱਡੇ ਹੋਏ ਹਾਂ, ਅਸੀਂ ਉਹਨਾਂ ਦੇ ਗਾਣੇ ਸੁਣਨੇ ਬਹੁਤ ਪਸੰਦ ਕਰਦੇ ਹਾਂ, ਸਾਡਾ ਸੁਪਨਾ ਸੀ ਉਹਨਾਂ ਨਾਲ ਕੰਮ ਕਰਨਾ। ਡੋਂਟ ਟੈਲ ਮੀ ਕਿ ਤੁਹਾਡਾ ਵੀ ਸੇਮ ਹੈ ਵਈ। ਯੈਸ ਦਿਸ ਇਜ਼ ਟਰੂ, ਆਈ ਰੀਅਲੀ ਹੈਡ ਅ ਡ੍ਰੀਮ। ਮਤਲਬ ਬਹੁਤ ਯੰਗ ਏਜ ਤੋਂ, ਇਨਫੈਕਟ ਲਾਈਕ ਆਈ ਐਮ ਬੋਰਨ ਐਂਡ ਬ੍ਰੌਟ ਅਪ ਇਨ ਦਿੱਲੀ ਸਟਿਲ, ਉੱਥੇ ਵੀ ਲੋਕ ਬਹੁਤ ਜ਼ਿਆਦਾ ਸਿਲੈਕਟਿਵਲੀ ਆਰਟਿਸਟ ਨੂੰ ਲਾਈਕ ਕਰਦੇ ਨੇ ਹੈ ਨਾ। ਐਂਡ ਸਤਿੰਦਰ ਸਰਤਾਜ ਸਰ ਵਾਜ਼ ਅ ਪਰਸਨੈਲਿਟੀ ਜਿਹੜੀ ਉੱਥੇ ਬਹੁਤ ਜ਼ਿਆਦਾ ਲਾਈਕ ਕੀਤੀ ਜਾਂਦੀ ਹੈ। ਤੁਸੀਂ ਪਹਿਲੀ ਵਾਰ ਕਦੋਂ ਮਿਲੇ ਉਹਨਾਂ ਨੂੰ ਤੁਸੀਂ ਦੱਸਿਆ ਕਿ ਤੁਸੀਂ ਉਹਨਾਂ ਨੂੰ ਇੰਨਾ ਲਾਈਕ ਕਰਦੇ? ਐਗਜ਼ੈਕਟਲੀ, ਮਤਲਬ ਮੈਂ my legs were shivering when we were sharing a vanity, right? He was over on the right and I was on the left, ਤੇ ਮੈਨੂੰ ਪਤਾ ਹੈ ਕਿ ਮਤਲਬ Satinder Sartaaj sir is on my right side and we are going to shoot, and I cannot believe that situation कि सच्ची च हो रहा है क्योंकि वो बहुत quick सीगा सारा कुछ। Day 1 ਕਿਹੋ ਜਿਹਾ ਸੀਗਾ ਜਦੋਂ ਉਹ ਰਾਤ ਕਿਹੋ ਜੀ ਸੀ ਜਿਸ ਦਿਨ ਸਵੇਰੇ ਸੈੱਟ ਤੇ ਪਹੁੰਚਣਾ ਸੀ? Time the camera was like lights camera in action thing, I was a bit nervous. So warning ਕਿਵੇਂ ਮਿਲੀ ਤੁਹਾਨੂੰ? warning ਦਾ ਹਿੱਸਾ ਤੁਸੀਂ ਕਿਵੇਂ ਬਣੇ? Warning, there were two guys who referred me for the same project, है ना, अलग-अलग person ने। ਤੇ ਉਹਨਾਂ ਨੂੰ ਆਪਸ ਚ ਪਤਾ ਸੀ? ਨਹੀਂ ਤੇ ਡਾਇਰੈਕਟਰ ਸਰ ਅਮਰਵਿੰਦਰ ਸਰ ਨੇ ਫਿਰ ਮੈਨੂੰ ਕੰਟੈਕਟ ਕੀਤਾ ਤੇ ਉਹਨਾਂ ਨੇ ਕਿਹਾ ਵੀ ਇਰਵਿਨ ਆਪਣਾ ਇੱਕ ਆਡੀਸ਼ਨ ਰੈਂਡਮਲੀ ਬਣਾ ਕੇ ਭੇਜੋ। ਸੋ ਗਿੱਪੀ ਨੂੰ ਮਿਲੇ ਤੁਸੀਂ? ਹਾਂਜੀ ਮੈਂ ਸਰ ਨੂੰ ਮਿਲੀ ਸੀ ਸੈੱਟ ਤੇ ਨਹੀਂ, ਮੈਂ ਸਰ ਨੂੰ ਫਰਸਟ ਟਾਈਮ ਮਿਲੀ ਸੀਗੀ ਔਨ ਸਕਰੀਨ। ਸੋ ਸਰਤਾਜ ਜੀ ਐਂਡ ਗਿੱਪੀ ਜੀ ਤੋਂ ਇਲਾਵਾ ਇਵਨ ਕਿਹਦੇ ਨਾਲ ਕੰਮ ਕਰਨ ਦੇ ਇੱਛੁਕ ਹੋ? ਕਿਸ ਐਕਟਰ ਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਮੇਰਾ ਗਿਵ ਐਂਡ ਟੇਕ ਜਿਹੜਾ ਹੈ, ਐਕਸ਼ਨ ਰਿਐਕਸ਼ਨ ਬਹੁਤ ਖੂਬਸੂਰਤੀ ਦੇ ਨਾਲ ਸਕਰੀਨ ਉੱਤੇ ਆ ਸਕਦਾ, ਸੋ ਇਹਨਾਂ ਨਾਲ ਕੰਮ ਕਰਾਂਗੇ? ਆਈ ਮਸਟ ਸੇ ਅਮਰਿੰਦਰ ਗਿੱਲ ਸਰ, ਗਿੱਪੀ, ਦਿਲਜੀਤ ਸਰ, ਗਿੱਪੀ ਸਰ ਤਾਂ ਹੈਗੇ ਨੇ, ਦਿਲਜੀਤ ਸਰ ਔਰ ਮੇਬੀ ਐਮੀ ਵਿਰ। ਇੱਕ ਫਾਦਰ ਇੱਕ ਕਿਤਾਬ ਪੜ੍ਹਦਾ ਹੈ ਔਰ ਉਸਦੇ ਵਿੱਚ ਉਹ ਇੱਕ ਕਰੈਕਟਰ ਬਾਰੇ ਰੀਡ ਕਰਦਾ ਹੈ। ਉਹ ਕਰੈਕਟਰ ਜੋ ਕਿ ਬਹੁਤ ਸਟਰੋਂਗ ਹੈ, ਵਾਰੀਅਰ ਕਾਈਂਡ ਆਫ, ਐਂਡ ਉਸ ਤੋਂ ਬਾਅਦ ਉਹਨਾਂ ਦੇ ਘਰ ਇੱਕ ਬੇਟੀ ਦਾ ਜਨਮ ਹੁੰਦਾ ਹੈ ਔਰ ਫਿਰ ਉਸ ਦਾ ਨਾਮ ਉਹ ਉਸੇ ਕਰੈਕਟਰ ਤੇ ਰੱਖਦਾ ਹੈ ਔਰ ਨਾਮ ਹੈ ਇਰਵਿਨ। ਬਹੁਤ ਹੀ ਸੋਹਣੀ, ਬਹੁਤ ਖੂਬਸੂਰਤ, ਸੂਰਤ ਤੋਂ ਵੀ ਤੇ ਸੀਰਤ ਤੋਂ ਵੀ। ਜੀ ਹਾਂ, ਅੱਜ ਮੈਂ ਇਹਨਾਂ ਦੀ ਗੱਲ ਇਸ ਕਰਕੇ ਕਰ ਰਹੀ ਹਾਂ ਕਿਉਂਕਿ ਇਹਨਾਂ ਨੇ ਵੀ ਇੱਕ ਵਾਰੀਅਰ ਵਾਂਗੂ ਆਪਣਾ ਕਰੀਅਰ ਜੋ ਹੈ ਸ਼ੁਰੂ ਕੀਤਾ ਹੈ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ। ਗੀਤ ਦੀ ਗੱਲ ਕਰੀਏ ਜਾਂ ਫਿਲਮ ਦੀ ਗੱਲ ਕਰੀਏ, ਜੀ ਬਿਲਕੁਲ, ਬਿਊਟੀ ਵਿਦ ਬ੍ਰੇਨ ਸਾਡੇ ਨਾਲ ਨੇ ਇਰਵਿਨ, ਐਂਡ ਬਹੁਤ ਸਾਰੀਆਂ ਗੱਲਾਂ ਬਾਤਾਂ ਤੇ ਹੁਣ ਤੱਕ ਦੀ ਉਹਨਾਂ ਦੀ ਜਰਨੀ ਬਾਰੇ ਅਸੀਂ ਉਹਨਾਂ ਕੋਲੋਂ ਜਾਣਾਂਗੇ। ਸੋ ਮੋਸਟ ਵੈਲਕਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਐਂਡ ਥੈਂਕ ਯੂ ਵੈਰੀ ਮਚ ਫॉर ਦਿਸ ਬਿਊਟੀਫੁਲ ਐਪਰੀਸੀਏਸ਼ਨ। This is reality, by the way. So you are looking very beautiful today. And so are you. As always. Thank you. So ਮੈਨੂੰ ਤਾਂ ਤੁਹਾਡੀ ਉਹ ਸੀਟੀ ਯਾਦ ਹੈ ਜਿਹੜੀ ਵਾਰਨਿੰਗ ਦੇ ਟਾਈਮ ਤੇ ਤੁਸੀਂ ਮਾਰੀ ਸੀ। Oh my God. ਸੋ ਇਦਾਂ ਦੀਆਂ ਬਹੁਤ ਸਾਰੀਆਂ ਸੀਟੀਆਂ ਵੱਜੀਆਂ ਸੀਗੀਆਂ, ਰਾਈਟ? ਸੋ ਫਸਟ ਆਫ ਆਲ ਕੰਗ੍ਰੈਚੁਲੇਸ਼ਨਸ ਫॉर ਦ ਫਿਲਮ ਵਾਰਨਿੰਗ, ਐਂਡ ਰੀਸੈਂਟਲੀ ਤੁਹਾਡਾ ਪੋਸਟਰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਸਤਿੰਦਰ ਸਰਤਾਜ ਜੀ ਦੇ ਨਾਲ। ਥੈਂਕ ਯੂ ਸੋ ਕਿੱਥੋਂ ਸ਼ੁਰੂਆਤ ਕਰਾਂ? ਗਾਣੇ ਤੋਂ ਹੀ ਕਰ ਲੈਂਦੇ ਆ ਕਿਉਂਕਿ ਰੀਸੈਂਟਲੀ ਉਹਦਾ ਮੋਸ਼ਨ ਪੋਸਟਰ ਹਾਂਜੀ ਅੱਜ ਹੀ ਰਿਲੀਜ਼ ਹੋਇਆ ਹੈ। ਸੋ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਵੈਰੀ ਮਚ। ਅੱਛਾ, ਵੈਸੇ ਜਦੋਂ ਵੀ ਮੇਰੀ ਕਿਸੇ ਨਾਲ ਗੱਲ ਹੁੰਦੀ ਹੈ ਨਾ ਤੇ ਸਤਿੰਦਰ ਸਰਤਾਜ ਜੀ ਇੱਕ ਅਜਿਹੀ ਪਰਸਨੈਲਿਟੀ ਹੈ, ਇੱਕ ਅਜਿਹੇ ਉਹ ਆਰਟਿਸਟ ਨੇ ਜਿਨ੍ਹਾਂ ਨੂੰ ਪਸੰਦ ਕਰਨ ਵਾਲਾ ਇੱਕ ਕਲਾਸ ਕੈਟੇਗਰੀ ਹੈ। ਮਾਸ ਘੱਟ ਹੈ, ਕਲਾਸ ਜ਼ਿਆਦਾ ਹੈ ਨਾ। ਸੋ ਕੁੜੀਆਂ ਜਦੋਂ ਕਹਿੰਦੀਆਂ ਨੇ ਨਾ ਕਿ ਅਸੀਂ ਉਹਨਾਂ ਦੇ ਗਾਣੇ ਸੁਣ ਕੇ ਵੱਡੇ ਹੋਏ ਹਾਂ, ਅਸੀਂ ਉਹਨਾਂ ਦੇ ਗਾਣੇ ਸੁਣਨੇ ਬਹੁਤ ਪਸੰਦ ਕਰਦੇ ਹਾਂ, ਸਾਡਾ ਸੁਪਨਾ ਸੀ ਉਹਨਾਂ ਨਾਲ ਕੰਮ ਕਰਨਾ। ਡੋਂਟ ਟੈਲ ਮੀ ਕਿ ਤੁਹਾਡਾ ਵੀ ਸੇਮ ਹੈ ਵਈ। ਯੈਸ ਦਿਸ ਇਜ਼ ਟਰੂ, ਆਈ ਰੀਅਲੀ ਹੈਡ ਅ ਡ੍ਰੀਮ। ਮਤਲਬ ਬਹੁਤ ਯੰਗ ਏਜ ਤੋਂ, ਇਨਫੈਕਟ ਲਾਈਕ ਆਈ ਐਮ ਬੋਰਨ ਐਂਡ ਬ੍ਰੌਟ ਅਪ ਇਨ ਦਿੱਲੀ ਸਟਿਲ, ਮਤਲਬ ਉੱਥੇ ਵੀ ਲੋਕ, ਦਿੱਲੀ ਦੀ ਕੁੜੀ, ਬਿਲਕੁਲ ਉੱਥੇ ਵੀ ਲੋਕ ਬਹੁਤ ਜ਼ਿਆਦਾ ਸਿਲੈਕਟਿਵਲੀ ਆਰਟਿਸਟ ਨੂੰ ਲਾਈਕ ਕਰਦੇ ਨੇ ਹੈ ਨਾ। ਐਂਡ ਸਤਿੰਦਰ ਸਰਤਾਜ ਸਰ ਵਾਜ਼ ਅ ਪਰਸਨੈਲਿਟੀ ਜਿਹੜੀ ਉੱਥੇ ਬਹੁਤ ਜ਼ਿਆਦਾ ਲਾਈਕ ਕੀਤੀ ਜਾਂਦੀ ਹੈ।
ਵੈਰੀ ਮੱਚ। ਉੱਥੇ ਇੱਕ ਕਲਾਸ ਉਹੀ ਗੱਲ ਆ ਜਾਂਦੀ ਹੈ ਵੀ ਜਿਹੜੀ ਸੂਫਿਜ਼ਮ ਨੂੰ ਲਾਈਕ ਕਰਦੀ ਹੈ, ਹੀ ਵਾਜ਼ ਵਨ ਅਮੰਗ them ਐਂਡ ਅ ਵੈਰੀ ਪ੍ਰੋਮੀਨੈਂਟ ਪਰਸਨੈਲਿਟੀ ਟੂ। ਤੇ ਮੈਨੂੰ ਬਹੁਤ ਸ਼ੁਰੂ ਤੋਂ ਸ਼ੌਂਕ ਸੀਗਾ ਕਿ ਖੈਰ ਉਦੋਂ ਮੈਨੂੰ ਨਹੀਂ ਪਤਾ ਸੀ ਵੀ ਮੈਂ ਇਸ ਇੰਡਸਟਰੀ 'ਚ ਆਉਣਾ ਹੈ। ਤੇ ਫਿਰ 8th ਕਲਾਸ 'ਚ ਸੀ ਆਈ ਗੈਸ ਜਦੋਂ ਸਰ ਦਾ ਸੌਂਗ ਆਇਆ ਸੀਗਾ ਸਾਈ, ਤੇ ਬਸ ਉਸ ਤੋਂ ਬਾਅਦ ਜੁੜ ਗਏ ਨਾਲ। ਫਿਰ ਜਦੋਂ ਇੱਥੇ ਜੁਆਇਨ ਕੀਤੀ ਫਿਲਮ ਇੰਡਸਟਰੀ ਦੈਨ ਆਈ ਹੈਡ ਅ ਡ੍ਰੀਮ ਕਿ ਬਸ ਹੁਣ ਸਰ ਨਾਲ ਇੱਕ ਸੌਂਗ ਜ਼ਰੂਰ ਕਰਨਾ ਹੈ ਕਿਸੇ ਵੀ ਤਰੀਕੇ ਨਾਲ ਜੀ। ਤੇ ਫਾਈਨਲੀ ਆਈ ਗॉट ਦਿਸ ਸੌਂਗ। ਅੱਛਾ। ਬਹੁਤ ਸੋਹਣੇ ਤਰੀਕੇ, ਬਹੁਤ ਸੋਹਣੀ ਜਰਨੀ ਸੀਗੀ ਸਰ ਤੱਕ ਪਹੁੰਚਣ ਦੀ ਵੀ। Okay. ਇਟ ਵਾਸ ਰੀਲੀ ਬਿਊਟੀਫੁਲ। ਬਹੁਤ ਸੋਹਣੀ ਗੱਲ ਹੈ ਜਦੋਂ ਸਾਡਾ ਕੋਈ ਸੁਪਨਾ ਮੁਕੰਮਲ ਹੁੰਦਾ ਹੈ ਤੇ ਬਹੁਤ ਜ਼ਿਆਦਾ ਉਸ ਟਾਈਮ ਤੇ। ਮੈਂ ਇੱਕ ਚੀਜ਼ ਇੱਥੇ ਕਹਿਣਾ ਚਾਹੂੰਗੀ, ਜੀ। ਜਦੋਂ ਮੇਰੇ ਫਾਦਰ ਸਾਹਿਬ ਨੂੰ ਪਤਾ ਚੱਲਿਆ ਕਿ ਇਰਵਿਨ ਫਾਈਨਲੀ ਸਰ ਦੇ ਨਾਲ ਕੰਮ ਕਰਨ ਲੱਗੀ ਹੈ, ਪਾਪਾ ਪਿੰਡ ਗਏ ਹੋਏ ਸੀਗੇ ਤੇ ਬਸ ਬਹੁਤ ਕੁਇਕਲੀ ਪਲਾਨ ਬਣਿਆ ਹੈ ਨਾ 2 ਦਿਨਾਂ 'ਚ ਹੀ, ਬਸ ਵੀ ਸ਼ੂਟਿੰਗ, ਚਲੋ ਲੈਟਸ ਡੂ ਇਟ, ਇੱਥੇ ਹੀ ਸ਼ੂਟ ਕਰਨਾ ਹੈ, ਐਵੇਂ ਕਰਨਾ ਹੈ ਵੀ ਸੌਂਗ ਵੀ ਆ ਗਿਆ। ਆਈ ਵਾਸ ਰੀਅਲੀ ਨਾਟ ਬਿਲੀਵਿੰਗ ਦ ਸਿਚੁਏਸ਼ਨ ਕਿ ਮੇਰੇ ਕੋਲ ਸੌਂਗ ਆ ਗਿਆ। ਆਈ ਮੀਨ ਅਨਰਿਲੀਜ਼ ਸੌਂਗ। ਪਾਪਾ ਆਏ ਤੇ ਪਾਪਾ ਨੇ ਆ ਕੇ ਮੈਨੂੰ ਸਿਰ ਤੇ ਹੱਥ ਰੱਖ ਕੇ ਕਿਹਾ, ਸੋਚੇ ਸੋਚ ਨਾ ਹੋਈ ਜੇ ਸੋਚੀ ਲਖਵਾਰ। ਆਈ ਮੀਨ ਹੀ ਰੀਅਲੀ ਹੈਡ ਸਮਥਿੰਗ ਇਨ ਹਿਜ਼ ਆਈਜ਼। ਹੁਣ ਮੈਨੂੰ ਲੱਗਿਆ ਵੀ ਮਤਲਬ ਨਹੀਂ, ਰੱਬ ਸੱਚੀ ਨਾਲ ਹੈ। ਮੀਨ ਹੀ ਇਜ਼ ਵਿਦ ਮੀ ਜੀ। ਕਿ whatever I think, whatever I feel like, what things I want to do, he always makes me do that. ਰਾਈਟ। ਸੋ ਇੱਕ ਮਤਲਬ ਇਦਾਂ ਕਿਹਾ ਜਾਂਦਾ ਹੈ ਨਾ ਕਿ ਬੱਚੇ ਦਾ ਮਾਂ ਦੇ ਨਾਲ ਸਭ ਤੋਂ ਪੁਰਾਣਾ ਰਿਸ਼ਤਾ ਹੁੰਦਾ ਹੈ ਕਿਉਂਕਿ 9 ਮਹੀਨੇ ਪਹਿਲੇ ਤੋਂ ਮਾਂ ਉਹਦੇ ਨਾਲ ਹੁੰਦੀ ਹੈ, ਬਟ ਫਾਦਰ ਦਾ ਵੀ ਸੇਮ ਕਨੈਕਸ਼ਨ ਹੁੰਦਾ ਹੈ। ਐਂਡ ਤੁਹਾਡਾ ਤਾਂ ਨਾਮ ਵੀ ਤੁਹਾਡੇ ਫਾਦਰ ਨੇ ਹੀ ਰੱਖਿਆ ਹੈ ਨਾ। ਸੋ ਤੁਹਾਡੇ ਫਾਦਰ ਪੁਲਿਸ ਦੇ ਵਿੱਚ he was a Delhi retired from Delhi police. ਸੋ ਜਿੱਦਾਂ ਤੁਹਾਡਾ ਐਕਟਿੰਗ ਦੇ ਵਿੱਚ ਇੱਕਦਮ ਇੰਟਰਸਟ ਟਰਨ ਹੋਇਆ ਤੇ ਡੈਡ ਨੇ ਕਿਸੇ ਤਰ੍ਹਾਂ ਦਾ ਕੋਈ ਆਬਜੈਕਸ਼ਨ ਨਹੀਂ ਦਿਖਾਇਆ ਕਿ ਨਹੀਂ, ਕਿਉਂਕਿ ਤੁਸੀਂ ਸਵਿਮਿੰਗ ਦੇ ਵਿੱਚ ਵੀ ਨੈਸ਼ਨਲ ਚੈਂਪੀਅਨ ਹੈ ਨਾ ਐਂਡ ਤੁਸੀਂ 골ਡ ਮੈਡਲਿਸਟ ਹੋ, ਸੋ ਉਹਨਾਂ ਨੇ ਕਿਹਾ ਨਹੀਂ ਕਿ ਨਹੀਂ ਇਰਵਿਨ try something else, not acting? See, I was like really into many other activities also, like art, dance, singing and the swimming stuff, even riding. Okay. I really like horse riding also. ਤੇ ਪਾਪਾ ਨੂੰ ਸੀਗਾ ਵੀ ਬਹੁਤ ਆਲ ਰਾਊਂਡਰ ਹੈ, ਪਾਪਾ ਨੇ ਕਦੇ ਵੀ ਕਿਸੇ ਚੀਜ਼ ਨਾਲ ਆਬਜੈਕਸ਼ਨ ਨਹੀਂ ਕੀਤਾ ਹੈ ਨਾ। ਹੀ ਆਲਵੇਜ਼ ਵਾਂਟਡ ਕਿ ਬੱਚੇ ਦੀ ਆਪਦੀ ਚੋਇਸ ਹੋਣੀ ਚਾਹੀਦੀ ਹੈ। ਬਟ ਇੱਕ ਸਟੈਪ ਮੈਂ ਬਹੁਤ ਗਲਤ ਚੱਕਿਆ ਸੀਗਾ। ਆਈ ਵਾਸ ਲਾਈਕ ਵੀ ਡੈਡ ਮੈਂ ਲਾਅ ਕਰਨੀ ਹੈ ਐਂਡ ਹੀ ਵਾਸ ਲਾਈਕ ਵੀ ਇਰਵਿਨ ਯੂ ਸ਼ੋਰ ਅਬਾਊਟ ਦਿਸ। ਮੈਨੂੰ ਪਾਪਾ ਨੇ ਕਦੀ ਵੀ ਨਹੀਂ ਪੁੱਛਿਆ ਸੀਗਾ ਐਂਡ ਹੀ ਆਸਕਡ ਮੀ ਕਿ ਆਰ ਯੂ ਸ਼ੋਰ ਅਬਾਊਟ ਦਿਸ, ਕਿ ਮਤਲਬ ਮੈਨੂੰ ਨਹੀਂ ਲੱਗਦਾ। ਫਿਰ ਮੈਂ ਕਿਹਾ ਵੀ ਮੈਂ UPSC ਕਰਨਾ। ਪਾਪਾ ਕਹਿੰਦੇ ਯੂ think about it, है ना, मैंने कोई प्रॉब्लम नहीं है if you want to do it, because पापा आप फिर सर्विसेज च रह चुके से and he really didn't wanted कि इरविन होना stress ਉਹ जी लाइफ च रहे कि she should be free, she should live her life। मतलब पापा ਦੇ ਕਹਿਣ ਦਾ ਮਤਲਬ ਇਹ ਸੀਗਾ ਵੀ if you will go in this industry you will live your life till you're like 60 also, if you are 70, if you're 80, like you're going with your team, you're moving here and there, you're shooting, you're doing your own thing, है ना, ਜਿਹੜੀ ਤੁਸੀਂ ਤੁਹਾਡੇ ਆਪ ਦੇ ਵਾਸਤੇ ਕਰ ਰਹੇ ਹੋ, ਵੀ ਤੁਸੀਂ ਕਿਸੇ ਦੇ ਅੰਡਰ ਰਹਿ ਕੇ ਕੰਮ ਨਹੀਂ ਕਰ ਰਹੇ। you're free, you don't have any foundations, है ना। but नहीं, thank you so much uncle, क्योंकि जे पेरेंट्स ऐदा दी सोच रखन लग जाना ते शायद बच्चों दी लाइफ बहुत स्ट्रेस फ्री ते बहुत पॉजिटिविटी दे नाल अगे वध सकदी है। सच्ची मतलब मैनू इन्ना सपोर्ट किया गया। बस उन्होंने मैनू एक चीज़ जरूर कही सी इत्थे फिल्म इंडस्ट्री ਨੂੰ ਜੁਆਇਨ ਕਰਨ ਤੋਂ ਪਹਿਲਾਂ ਵੀ ਹਰ ਚੀਜ਼ ਦਾ ਧਿਆਨ ਰੱਖ ਕੇ, ਆਪਣੇ ਕਲਚਰ ਦਾ ਧਿਆਨ ਰੱਖ ਕੇ, ਆਪਣੀ ਹਿਸਟਰੀ ਨੂੰ ਧਿਆਨ ਰੱਖ ਕੇ मतलब एक चेंज लेके आना है। राइट, देयर शुड बी अ चेंज भी, मतलब पेरेंट्स ਨੂੰ ਲੋਕਾਂ ਨੂੰ ਪਤਾ ਚੱਲੇ ਵੀ ਕੋਈ ਇੱਕ ਕੁੜੀ ਆਈ ਹੈ ਵੀ ਉਹ ਇੱਕ ਬਹੁਤ ਸੋਹਣੇ ਤਰੀਕੇ ਨਾਲ ਆਈ ਹੈ। देयर इज नॉट ऑलवेज अ बैड थिंग, और मतलब ਆਪਾਂ ਕਈ ਵਾਰੀ ਕਹਿ ਦਿੰਦੇ ਨੇ ਵੀ ਫਿਲਮ ਇੰਡਸਟਰੀ ਦੇ ਆਰ ਬੈਡ ਪੀਪਲ, ਯੂ ਇਟਸ ਨॉट ट्रू। ਹਰ ਥਾਂ ਤੇ ਹਰ ਲੋਕ ਹੁੰਦੇ ਗੁੱਡ ਐਂਡ ਬੈਡ ਨਾਲ ਹੀ ਹੁੰਦਾ ਹੈ ਹਮੇਸ਼ਾ, ਉਹ ਪੈਰਲਲ ਟਰੈਵਲ ਕਰਦਾ ਹੈ ਐਵਰੀਵੇਅਰ। ਯਾ ਰਾਈਟ। ਅੱਛਾ, ਸੋ ਇੰਨੀਆਂ ਸਾਰੀਆਂ ਕੁਆਲਿਟੀਜ਼ ਤੁਹਾਡੇ ਵਿੱਚ ਹੈਗੀਆਂ। ਸੋ ਫਾਦਰ ਦੀ ਸਪੋਰਟ ਵੀ ਫੁੱਲ ਹੈ ਨਾ, ਜੈਨੇਟਿਕਲੀ ਵੀ ਕੁਝ ਮਿਲਿਆ ਤੁਹਾਨੂੰ ਜਾਂ ਫਿਰ ਇਹ ਸਾਰਾ ਗॉड ਗਿਫਟਡ ਹੈ? ਨਹੀਂ, ਜੈਨੇਟਿਕਲੀ ਆਈ ਮਸਟ ਸੇ ਡੈਡ ਮਮ ਵਾਸ ਇਨਟੂ ਦਿਸ ਗਲੈਮਰਸ ਇੰਡਸਟਰੀ, ਦਿਸ ਬਿਊਟੀ ਥਿੰਗਸ ਐਂਡ ਸਟਫ। ਓਕੇ। ਤੇ ਉੱਥੋਂ ਮੈਨੂੰ ਥੋੜਾ ਜਿਹਾ ਫੈਂਸੀਨੈਸ ਆਇਆ, ਪਾਪਾ ਵੱਲੋਂ ਥੋੜਾ ਜਿਹਾ ਆਰਟਿਸਟਿਕ ਸਟਫ ਆਇਆ, ਰੀਡਿੰਗ ਐਂਡ writing and the singing thing, maybe the sophistication also, that is from my dad, I must say. Okay. They God gifted the fifth, matlab I am a gift to my parents and so good combo. Yeah. Right. So ਜਦੋਂ ਤੁਸੀਂ ਇੰਡਸਟਰੀ ਵਿੱਚ ਆਏ, I think ਤੁਸੀਂ ਸਿਰਫ ਔਰ ਸਿਰਫ ਇਸ ਇੰਡਸਟਰੀ ਦਾ ਹਿੱਸਾ ਬਣਨ ਦਾ ਇੱਕ ਸਫ਼ਰ ਸ਼ੁਰੂ ਕਰਨ ਵਾਸਤੇ ਦਿੱਲੀ ਤੋਂ ਇੱਥੇ ਸ਼ਿਫਟ ਹੋਏ ਹੋ in 2019? Yeah, 2018. 18, okay. So warning ਕਿਵੇਂ ਮਿਲੀ ਤੁਹਾਨੂੰ? warning ਦਾ ਹਿੱਸਾ ਤੁਸੀਂ ਕਿਵੇਂ ਬਣੇ? Warning, there were 2 guys who referred me for the same project, है ना, अलग-अलग person ने। ਤੇ ਉਹਨਾਂ ਨੂੰ ਆਪਸ ਚ ਪਤਾ ਸੀ? ਨਹੀਂ। ਓਕੇ। ਤੇ ਡਾਇਰੈਕਟਰ ਸਰ ਅਮਰਵਿੰਦਰ ਸਰ ਨੇ ਫਿਰ ਮੈਨੂੰ ਕੰਟੈਕਟ ਕੀਤਾ ਤੇ ਉਹਨਾਂ ਨੇ ਕਿਹਾ ਵੀ ਇਰਵਿਨ ਆਪਣਾ ਇੱਕ ਆਡੀਸ਼ਨ ਰੈਂਡਮਲੀ ਬਣਾ ਕੇ ਭੇਜੋ ਜੀ। ਪਹਿਲਾ ਆਡੀਸ਼ਨ ਗਿਆ, then they thought of a meeting, let's arrange a meeting।
फिर एक मीटिंग की थी, फिर भी ही वाज नॉट श्योर। मतलब अमर सर इज बिट ऑफ लाइक कि बहुत कॉन्शियस अबाउट हिज Particular. बहुत पर्टिकुलर Yeah. है ना। ਫਿਰ ਸਰ ਕਹਿੰਦੇ ਚੱਲ ਮੈਂ ਤੈਨੂੰ ਇੱਕ ਸਕ੍ਰਿਪਟ ਭੇਜ ਰਿਹਾ, ਹੁਣ ਤੂੰ ਉਹਨੂੰ ਮੈਨੂੰ ਰਿਕਾਰਡ ਕਰਕੇ ਭੇਜ। ਮੈਂ ਕਿਹਾ ਯਾਰ ਕੀ ਹੈ, ਮੈਂ ਕਿਹਾ ਵੈਬ ਸੀਰੀਜ਼ ਹੀ ਹੈ, ਮੈਨੂੰ ਕੀ ਪਤਾ ਸੀ ਬਾਅਦ ਚ ਫਿਲਮ ਬਣਨੀ ਹੈ। Right. ਐਂਡ ਦੈਨ ਆਈ ਵਾਸ ਲਾਈਕ ਚਲੋ ਲੈਟਸ ਮੇਕ ਇਟ, ਹੈ ਨਾ। ਆਈ ਜਸਟ ਗਿਵ ਇਟ ਅ ਟਰਾਈ। ਮੈਂ ਸੀਰੀਅਸਲੀ ਫ੍ਰੈਂਕਲੀ ਦੱਸਦੀ ਹਾਂ, ਮੈਨੂੰ ਨਹੀਂ ਪਤਾ ਸੀਗਾ ਵੀ ਮੈਂ ਇੰਨੇ ਵੱਡੇ ਪ੍ਰੋਜੈਕਟ ਦਾ ਪਾਰਟ ਬਣਨਾ ਹੈ ਨਾ। ਉਹੀ ਕਿਸਮਤ ਹੁੰਦੀ ਹੈ ਜੀ। ਤੇ ਸਾਰੇ ਨੇ ਲੋਕ ਪਿਆਰੇ ਨੇ, ਹੈ ਨਾ। ਉੱਥੇ ਹੰਬਲ ਟੀਮ ਵੀ ਬਹੁਤ ਪਿਆਰੀ ਸੀਗੀ। ਜੀ। ਮੈਂ ਜੁਆਇਨ ਕੀਤਾ ਤੇ ਅਸੀਂ ਸ਼ੂਟ ਕਰਨ ਲੱਗੇ, ਫਿਰ ਦੇ ਸਿਲੈਕਟਡ ਮੀ ਰਾਈਟ। ਫਿਰ ਸ਼ੂਟ ਕੀਤਾ, ਫਿਰ ਉਹੀ ਗੱਲ ਆ ਜਾਂਦੀ ਨੇ ਵੀ ਮੈਂ ਹਜੇ, ਮੈਨੂੰ ਬਹੁਤ ਐਕਸਪੀਰੀਅੰਸ ਨਹੀਂ ਸੀਗਾ। ਤੇ ਅਮਰ ਸਰ ਦਾ ਵੀ ਪਹਿਲਾ ਪ੍ਰੋਜੈਕਟ ਸੀ ਐਜ਼ ਅ ਮੇਨ ਡਾਇਰੈਕਟਰ, ਹੀ ਯੂਜ਼ਡ ਟੂ ਵਰਕ ਅਦਰਵਾਈਜ਼। ਤੇ ਮੇਰੇ ਬਹੁਤ ਟੇਕ ਹੋਏ, Okay. ਬਟ ਹੀ ਵਾਸ ਲਾਈਕ ਕਿ ਆਈ ਐਮ ਹੈਪੀ ਦੈਟ ਯੂ ਆਰ ਨਾਟ ਲਾਈਕ ਤੇਰੀ ਉਹ ਚੀਜ਼ ਟੁੱਟਦੀ ਨਹੀਂ ਪਈ, ਉਹ ਸਟਿਲ ਲਾਈਕ ਕਿ ਚਲੋ ਮੈਂ ਕਰਦੀ ਹਾਂ। we did it and it came very beautiful on the screen. ਸਾਰੇ ਨੇ ਬਹੁਤ appreciate ਕੀਤਾ। They said first time ਪੰਜਾਬੀ ਇੰਡਸਟਰੀ 'ਚ ਇੱਕ ਬਿਊਟੀਫਿਕੇਸ਼ਨ ਪਾਰਟ ਨੂੰ ਸਾਈਡ ਕਰਕੇ ਇੱਕ ਕੈਰੈਕਟਰ ਇਹੋ ਜਿਹਾ ਦਿਖਾਇਆ ਗਿਆ ਵੀ ਜਿਹਨੇ ਐਕਟਿੰਗ ਕੀਤੀ ਹੈ। ਐਂਡ ਮੈਨੂੰ ਲੱਗਦਾ ਹੈ ਕਿ ਕੈਰੈਕਟਰ ਜਿਹੜੇ ਹੁੰਦੇ ਨੇ ਫਿਲਮਾਂ ਦੇ ਵਿੱਚ, ਹੈ ਨਾ, ਸੋ ਉਹ ਜ਼ਿਆਦਾ ਸਟਰੋਂਗਲੀ ਸਕਰੀਨ ਦੇ ਉੱਤੇ ਨਜ਼ਰ ਆਉਂਦੇ ਨੇ ਰਾਦਰ ਦੈਨ ਕੁੜੀ ਨੂੰ ਐਵੇਂ ਵਿਖਾਣਾ ਕਿ ਇੱਕ ਲਵ ਇੰਟਰਸਟ ਹੈ ਜਾਂ ਕੁਝ ਐਵੇਂ, ਰਾਈਟ। ਸੋ ਧੀਰਜ ਦੇ ਆਪੋਜ਼ਿਟ ਤੁਸੀਂ ਸੀਗੇ। ਹਾਊ ਇਜ਼ ਦੈਟ ਐਕਸਪੀਰੀਅੰਸ? ਹੀ ਇਜ਼ ਆਲਸੋ ਵੈਰੀ ਗੁੱਡ ਐਕਟਰ। He is a very good actor. I mean, everyone in the film was amazing. Yeah. Because they artists the films here. Right. And मतलब बहुत ਵੱਡਾ experience ਕਹਿ ਸਕਦੇ, because ਮੈਂ ਸਭ ਤੋਂ ਛੋਟੀ ਸੀ ਸਾਰੇ set ਤੇ। ਮਤਲਬ ਮੈਂ ਤੇ ਇਹ ਸੱਚੀ ਬਹੁਤ ਵੱਡੀ ਗੱਲ ਸੀਗੀ ਮੇਰੇ ਵਾਸਤੇ, ਕਿਉਂਕਿ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਰਿਆਂ ਤੋਂ। ਤੇ ਧੀਰਜ ਸਰ, ਇਨਫੈਕਟ ਪ੍ਰਿੰਸ ਕੰਵਲਜੀਤ ਸਰ, ਦੇ ਆਰ ਬਿਗ ਆਰਟਿਸਟਸ। ਤੇ ਉਹਨਾਂ ਨੇ ਮੈਨੂੰ ਬਿਲਕੁਲ ਆਪਦੇ ਬੱਚਿਆਂ ਵਾਂਗੂ ਰੱਖਿਆ। ਮਤਲਬ ਉਹਨਾਂ ਨੇ ਮੈਨੂੰ ਬਹੁਤ ਰਿਲੈਕਸ ਫੀਲ ਕਰਾਇਆ ਵੀ ਇਰਵਿਨ ਐ ਨਹੀਂ ਤਾਂ ਐ ਕਰ ਲਾ, ਇਫ ਯੂ ਫੀਲਿੰਗ ਦਿਸ ਤਾਂ ਵੀ ਐ ਇੱਥੇ ਇਹੋ ਜਿਹੀ ਸਿਚੁਏਸ਼ਨ 'ਚ ਤੈਨੂੰ ਐ ਫੀਲ ਕਰਨਾ ਚਾਹੀਦਾ ਹੈ। ਬਸ ਇਹ ਬਹੁਤ ਲਰਨਿੰਗ ਐਕਸਪੀਰੀਅੰਸ ਸੀ। ਉਹਨਾਂ ਨੂੰ ਮੈਨੂੰ ਐ ਨਹੀਂ ਲੱਗਿਆ ਵੀ ਕੋਈ ਬਹੁਤ ਵੱਡੀ ਵੀ ਮੈਂ ਕਿਸੇ ਸੈਲੀਬ੍ਰਿਟੀ ਨਾਲ ਕੰਮ ਕਰੀ, ਬਿਕਾਜ਼ ਉਹਨਾਂ ਨੇ ਮੈਨੂੰ ਫੀਲ ਹੀ ਨਹੀਂ ਕਰਾਇਆ ਕੁਛ। ਅੱਛਾ ਇਰਵਿਨ, ਵੈਸੇ ਯੂ ਆਰ ਵੈਰੀ ਕੌਨਫੀਡੈਂਟ, ਹੈ ਨਾ। ਤੁਸੀਂ ਤੁਹਾਡੀ ਅਪਬ੍ਰਿੰਗਿੰਗ ਬਹੁਤ ਖੂਬਸੂਰਤੀ ਦੇ ਨਾਲ ਕੀਤੀ ਗਈ ਹੈ, ਲੇਕਿਨ ਬਾਵਜੂਦ ਇਸ ਦੇ ਜਦੋਂ ਅਸੀਂ ਕਿਸੇ ਚੀਜ਼ ਨੂੰ ਕਰਕੇ ਦੂਜਿਆਂ ਤੱਕ ਡਿਲੀਵਰ ਕਰਨਾ ਹੁੰਦਾ ਨਾ, ਉਹ ਇੱਕ ਚੈਲੰਜ ਹੁੰਦਾ। ਸੋ ਇੰਨੇ ਕੌਨਫੀਡੈਂਟ ਹੋਣ ਤੋਂ ਬਾਵਜੂਦ ਫਿਲਮ ਜਦੋਂ ਤੁਸੀਂ ਕਰ ਰਹੇ ਸੀ, ਕਿਤੇ ਨਾ ਕਿਤੇ ਲੈਕ ਹੁੰਦਾ ਸੀ ਤੁਹਾਡਾ ਕੌਨਫੀਡੈਂਸ? ਨਰਵਸ ਹੁੰਦੇ ਸੀ? ਯੈਸ ਡੈਫੀਨੇਟਲੀ। ਮੈਂ ਬਹੁਤ ਥਾਵਾਂ ਤੇ ਮੈਂ ਮਤਲਬ ਹਰ ਬੰਦੇ ਦੀ ਇੱਕ ਇਹ ਨਹੀਂ ਹੁੰਦਾ ਵੀ ਬਿਲਕੁਲ ਪਲੇਨ ਜਾ ਰਿਹਾ ਸਾਰਾ ਕੁਝ ਸਮੂਥ ਹੁੰਦਾ ਹੈ। ਦੇयर ਆਰ ਮੈਨੀ ਅਪਸ ਐਂਡ ਡਾਊਨਸ ਸੈਟ ਤੇ। ਮਤਲਬ ਕਈ ਵਾਰੀ ਐਵੇਂ ਜਿਹੀ ਸਿਚੁਏਸ਼ਨ ਵੀ ਸੀਗੀ ਵੀ ਓ ਮਾਈ ਗॉड ਕੈਨ ਆਈ ਡੂ ਦਿਸ, ਐਂਡ ਆਈ ਨਿਊ ਦੈਟ ਕਿ ਮੈਂ ਕਰ ਸਕਦੀ ਹਾਂ, ਇਟਸ ਵੈਰੀ ਸਿੰਪਲ। ਬਟ ਕਈ ਵਾਰੀ ਸਿਚੁਏਸ਼ਨ ਇਹੋ ਜਿਹੀ ਹੋ ਜਾਂਦੀ ਸੀ ਵੀ ਕੈਨ ਆਈ ਡੂ ਦੈਟ। ਫਿਰ ਉਹੀ ਗੱਲ ਆ ਜਾਂਦੀ ਵੀ ਤੁਹਾਡੇ ਸਾਈਡ ਦੇ supporting characters they say ਕਿ ਨਹੀਂ you can do this like this। ਅਮਰ ਸਰ ਵੀ ਬਹੁਤ supporting ਸੀਗੇ, he used to come on me, ਡਾਂਟ ਵੀ ਦਿੰਦੇ ਸੀ ਬਟ ਫਿਰ ਵੀ ਆ ਕੇ ਸਮਝਾਉਂਦੇ ਸੀਗੇ ਵੀ ਨਹੀਂ। ਡੇ 1 ਕਿਹੋ ਜਿਹਾ ਸੀਗਾ ਜਦੋਂ ਉਹ ਰਾਤ ਕਿਹੋ ਜੀ ਸੀ ਜਿਸ ਦਿਨ ਸਵੇਰੇ ਸੈੱਟ ਤੇ ਪਹੁੰਚਣਾ ਸੀ? I was okay. That time it was like there's nothing. ਅੱਛਾ, ਫਿਰ ਸੈੱਟ ਤੇ ਪਹੁੰਚ ਕੇ it was okay. Okay, ਫਿਰ ਡਰ ਕਦੋਂ ਲੱਗਣਾ the time the camera was like lights camera and action thing, I was a bit nervous. Okay, so ਕਰੈਕਟਰ ਛੋਟਾ ਹੋਵੇ ਲੇਕਿਨ ਪ੍ਰੋਮੀਨੈਂਟ ਹੋਵੇ ਨਾ, ਤੇ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਅੱਛੀ ਗੱਲ ਹੁੰਦੀ ਹੈ ਇੱਕ ਆਰਟਿਸਟ ਦੇ ਵਾਸਤੇ। ਸੋ ਤੁਹਾਡਾ ਕਰੈਕਟਰ ਵੀ ਇਹੋ ਜਿਹਾ ਹੀ ਹੈ, ਠੀਕ ਹੈ। ਜਿੰਨਾ ਵੀ ਸਕਰੀਨ ਸਪੇਸ ਤੁਹਾਨੂੰ ਮਿਲਿਆ ਉਹ ਬਹੁਤ ਜ਼ਿਆਦਾ ਇੱਕ ਛਾਪ ਛੱਡਣ ਵਾਲਾ ਸੀਗਾ। ਉਸ ਫੀਲ ਨੂੰ ਕਿਸ ਤਰ੍ਹਾਂ ਅਡਾਪਟ ਕੀਤਾ ਇਰਵਿਨ, ਕਿਉਂਕਿ ਉਹ ਤੁਹਾਡੇ ਕਰੈਕਟਰ ਰੀਅਲ ਐਂਡ ਪਰਸਨੈਲਿਟੀ ਤੋਂ, ਆਈ ਮੀਨ ਤੁਹਾਡਾ ਉਹ ਰੀਅਲ ਲਾਈਫ ਵਾਲਾ ਕਰੈਕਟਰ ਤੁਹਾਡੀ ਰੀਅਲ ਲਾਈਫ ਦੇ ਬਿਲਕੁਲ ਨੇੜੇ ਤੇੜੇ ਨਹੀਂ ਗਾ। ਯਾ ਇਟ ਇਜ਼ ਵੈਰੀ ਆਪੋਜ਼ਿਟ, ਦੈਟਸ ਟਰੂ। ਤਾਂ ਕਰਕੇ ਹੀ ਸ਼ਾਇਦ ਮੈਨੂੰ ਥੋੜਾ ਜਿਹਾ ਫਲੈਕਸੀਬਲ ਹੋਣਾ ਪਿਆ ਕਈ ਚੀਜ਼ਾਂ ਨੂੰ ਲੈ ਕੇ, ਬਟ ਇਟ ਵਾਸ ਓਕੇ। ਆਈ ਮੀਨ ਇਟ ਵਾਸ ਅ ਵੈਰੀ ਗੁੱਡ ਐਕਸਪੀਰੀਅੰਸ। ਇੱਕ ਆਰਟਿਸਟ ਦਾ ਕੰਮ ਹੀ ਹੁੰਦਾ ਵੀ ਯੂ ਸ਼ੁਡ ਹੈਵ ਵੇਰੀਏਸ਼ਨਸ ਇਨ ਯੂ। ਆਈ ਮੀਨ ਯੂ ਸ਼ੁਡ ਬੀ ਵਾਟਸ ਦੈਟ ਵਰਡ, all rounder. I mean there's a word specifically, you should be I cannot remember that, versatile. Yeah, you should be a versatile actor, है ना। एक actor ਨੂੰ versatile होना बहुत ज़रूरी है, right। भी ताड़ी real personality, real life personality जो भी है, but on screen you have to perform, you have to deliver that thing to the people, what is the demand of the script जी। until and unless you cannot do it, you're not an artist। So ਗਿੱਪੀ ਨੂੰ ਮਿਲੇ ਤੁਸੀਂ? ਹਾਂਜੀ ਮੈਂ ਸਰ ਨੂੰ ਮਿਲੀ ਸੀ ਸੈਟ ਤੇ। ਸੈਟ ਤੇ ਨਹੀਂ, ਮੈਂ ਸਰ ਨੂੰ ਫਰਸਟ ਟਾਈਮ ਮਿਲੀ ਸੀਗੀ ਔਨ ਸਕਰੀਨ। ਕੈਨ ਯੂ ਬਿਲੀਵ ਆਈ ਹੈਵ ਅ ਸਟੋਰੀ ਫॉर ਹਿਮ ਆਲਸੋ। ਮੈਂ ਇਹੀ ਆਈ ਗੈਸ 6th 7th ਮਾਈ ਬ੍ਰਦਰ ਯੂਜ਼ ਟੂ ਲਿਸਨ ਟੂ ਹਿਸ ਸੌਂਗਸ। ਗਿੱਪੀ ਸਰ ਦੇ ਬਹੁਤ ਗਾਣੇ ਹੈ ਨਾ ਉਦੋਂ ਬਹੁਤ ਪਪੂਲਰ ਸੀਗੇ, ਦਿੱਲੀ ਰਹਿੰਦੇ ਸੀ ਅਸੀਂ। ਦੇਖੋ ਫਿਰ ਵੀ ਅਸੀਂ ਪ੍ਰੋਪਰ ਪੰਜਾਬੀ ਕਲਚਰ, ਲਾਈਕ ਮਾਈ ਪੇਰੈਂਟਸ ਯੂਜ਼ ਟੂ ਸਪੀਕ ਪੰਜਾਬੀ, ਹੈ ਨਾ, ਘਰੇ ਪ੍ਰੋਪਰਲੀ ਅਸੀਂ ਬੋਲਦੇ ਸੀਗੇ। ਤੇ
ਮੈਨੂੰ ਕੀ ਪਤਾ ਸੀ ਵੀ ਮੈਂ ਕਦੀ ਸਰ ਦੇ ਪ੍ਰੋਜੈਕਟ 'ਚ ਕੰਮ ਕਰਾਂਗੀ ਹੈ ਨਾ ਇਟ ਵਾਸ ਅਗੇਨ ਅ ਵੈਰੀ ਬਿਗ ਥਿੰਗ ਉਹੀ ਗੱਲ ਹੁੰਦੀ ਨੇ ਵੀ ਕਿੱਥੋਂ ਚੀਜ਼ਾਂ ਕਨੈਕਟ ਕਰਦੀਆਂ ਨੇ ਬਿਲਕੁਲ ਤੇ ਮੈਨੂੰ ਇਹ ਸੀ ਮੈਂ ਕਿ ਸਰ ਨੂੰ ਇੱਕ ਵਾਰੀ ਮਿਲਣਾ ਹੈ ਇਟ ਵਾਸ ਅ ਵੈਰੀ ਸ਼ਾਰਟ ਮੀਟਿੰਗ ਆਈ ਮਸਟ ਸੇ ਦੇयर ਵਾਸ ਜਸਟ ਅ introduction that hello sir and that's it he might know me properly that I am in his project but there was not a specific meeting ਕਿ ਜਿਵੇਂ ਆਪਾਂ ਬੈਠੇ ਆਪਾਂ ਗੱਲਾਂ ਕਰ ਰਹੇ ਹਾਂ but still let's see I really want to work with him Oh, that's good. And परमात्मा करे इतना होवे जदों हुन तक इरविन ने जदा नाल चाहया काम होया ही है होया है सच्ची yeah so चलो हुन जी गल होई है ते हुन वापस सोचते आने आ गाना जेड़ा ਤੁਹਾਡਾ ਹੈਗਾ ਹੈ ਨਾ ਸੋ ਤੁਸੀਂ ਸਰਤਾਜ ਨਾਲ ਸ਼ੁਰੂ ਤੋਂ ਹੀ ਸੋਚਿਆ ਅੱਛਾ ਕੁੜੀਆਂ ਦੇ ਇੱਕ ਬੜੇ ਮਤਲਬ ਡਰਾਮੇ ਹੁੰਦੇ ਨੇ ਕਹਿ ਲਓ ਵੀ ਸਾਰੀ ਕੁੜੀਆਂ ਦੇ ਅੰਦਰ ਇੱਕ ਐਕਟਰ ਸ਼ੁਰੂ ਤੋਂ ਹੀ ਹੁੰਦਾ ਹੈ ਸੋ ਜਦੋਂ ਉਹਨਾਂ ਦੇ ਗਾਣੇ ਤੁਸੀਂ ਸੁਣਦੇ ਸੀ ਤੁਸੀਂ ਉਹ ਮਤਲਬ ਉਹ ਸੁਪਨਿਆਂ ਦੀ ਦੁਨੀਆ ਵਿੱਚ ਨਹੀਂ ਜਾਂਦੇ ਸੀ ਬਿਲਕੁਲ ਕਿਉਂ ਨਹੀਂ ਮੈਂ ਤਾਂ ਵੈਸੇ ਮੈਨੂੰ ਲੱਗਦਾ ਸਾਰੇ ਦਿਨ ਹੀ ਇਮੇਜਿਨੇਸ਼ਨਸ 'ਚ ਰਹਿੰਦੇ ਮੈਂ ਤਾਂ ਸੁਪਨਿਆਂ 'ਚ ਹੀ ਰਹਿੰਦੀ ਹਾਂ ਸੋ ਸਰਤਾਜ ਦੇ ਗਾਣੇ ਸੁਣ ਕੇ ਤੁਸੀਂ ਸੋਚਦੇ ਸੀ ਵੀ ਇਸ ਗਾਣੇ 'ਚ ਤੇ ਮੈਂ ਹੀ ਆ ਐਂਡ ਸ਼ੀਸ਼ੇ ਦੇ ਅੱਗੇ ਐਕਟ ਕਰਨਾ ਐਂਡ ਉਹ ਫੀਲ ਅੰਦਰ ਲੈ ਕੇ I used to do that but that's the my favorite song is ਜ਼ਿਕਰ ਤੇਰਾ ਠੀਕ ਹੈ ਬਿਕਾਜ਼ ਉਹਦੇ 'ਚ ਕਾਫੀ ਜ਼ਿਆਦਾ ਡਿਟੇਲਿੰਗ ਇੱਕ ਫੀਮੇਲ ਨੂੰ ਬਿਊਟੀਫਿਕੇਸ਼ਨ ਉਹਦੀ ਦੱਸੀ ਗਈ ਹੈ ਨਾ ਜ਼ਿਕਰ ਤੇਰਾ ਤੇ ਮੈਂ ਬਹੁਤ ਸੁਣਦੀ ਹਾਂ ਉਹ ਗਾਣਾ and I always imagine myself in those flowers and like that light and those words and I'm so beautiful I feel like ਤੇ ਮਤਲਬ ਸੱਚੀ ਸਾਡੇ words ਇੰਨੇ ਜ਼ਿਆਦਾ ਸੋਹਣੇ ਹੁੰਦੇ ਨੇ ਪਤਾ ਨਹੀਂ ਕਿੱਥੋਂ I mean how he search all those words he reads so much ਹੈ ਨਾ ਤੇ ਉਹ ਗਾਣਾ ਹੀ ਬਹੁਤ ਬਿਊਟੀਫੁਲ ਤੇ ਮੈਂ ਉਹਨਾਂ ਨੂੰ ਹਮੇਸ਼ਾ ਆਪਦੇ ਆਪ ਤੇ ਮਤਲਬ I imagine myself over there that's it ਅੱਛਾ ਵੈਸੇ ਇੱਕ ਆਰਟਿਸਟ ਤੌਰ ਤੇ ਆਰਟਿਸਟ ਦੇ ਨਾਲ ਕੰਮ ਕਰਨਾ ਜਾਂ ਇੱਕ ਆਰਟਿਸਟ ਦਾ ਇੱਕ ਦੂਸਰੇ ਆਰਟਿਸਟ ਦੇ ਨਾਲ ਕੋਈ ਵੀ ਪ੍ਰੋਜੈਕਟ ਕਰਨਾ ਇੱਕ ਡਿਫਰੈਂਟ ਚੀਜ਼ ਹੈ ਇੱਕ ਫੈਨ ਦਾ ਆਪਣੇ ਫੇਵਰਿਟ ਆਰਟਿਸਟ ਦੇ ਨਾਲ ਕੰਮ ਕਰਨਾ ਇਵਨ ਹਾਊਸ ਦੈਟ there's a big difference but once you feel it I mean when the camera was not rolling then I am a fan okay once the camera is rolling I am an actor and he is my co-actor ਤੁਸੀਂ ਪਹਿਲੀ ਵਾਰ ਕਦੋਂ ਮਿਲੇ ਉਹਨਾਂ ਨੂੰ ਤੁਸੀਂ ਦੱਸਿਆ ਕਿ ਤੁਸੀਂ ਉਹਨੂੰ ਇੰਨਾ ਲਾਈਕ exactly ਮਤਲਬ ਮੈਂ my legs were shivering when we were sharing a vanity right he was over on the right and I was on the left ਤੇ ਮੈਨੂੰ ਪਤਾ ਹੈ ਕਿ ਮਤਲਬ Satinder Sartaaj sir is on my right side and we are going to shoot and I cannot believe that situation ਕਿ ਸੱਚੀ ਚ ਹੋ ਰਿਹਾ ਹੈ ਕਿਉਂਕਿ ਉਹ ਬਹੁਤ ਕੁਇਕ ਸੀਗਾ ਸਾਰਾ ਕੁਝ ਤੇ ਮੈਂ ਕਿਹਾ ਵੀ ਚਲੋ ਹੁਣ ਮੈਂ ਕਿਵੇਂ ਮਿਲਾਂਗੀ then I was like ਮੇਰੀ ਬਹੁਤ ਹਾਰਟ ਬੀਟ ਬਹੁਤ ਫਾਸਟ ਹੋ ਰਹੀ ਸੀ and I was like ਚਲੋ ਇਰਵਿਨ let it be relax yourself be it's okay ਵੀ ਹੁਣ ਸ਼ੂਟ ਵੀ ਕਰਨਾ ਹੈ we don't show that much of things ਵੀ ਤੇ ਤਾਂ ਸ਼ੂਟ ਹੀ ਨਾ ਹੋਏ ਤੇ ਫਿਰ ਫਾਈਨਲੀ ਮੈਂ ਸਰ ਨੂੰ ਮਿਲੀ ਬਾਹਰ ਜਾ ਕੇ ਤੇ ਮੈਂ ਸਰ ਨੂੰ ਥੋੜਾ ਮੈਂ ਇਹ ਵੀ ਨਹੀਂ ਕੀਤਾ ਵੀ ਮੈਂ ਤਾਂ ਸਰ ਨੂੰ ਇੱਕਦਮ ਹੀ ਫੀਲ ਹੋ ਜੇ ਵੀ ਤਾਂ ਬੱਚੀ ਆ ਗਈ and she was like ਲਾ ਮੈਂ ਬਹੁਤ ਆਰਾਮ ਨਾਲ ਫਿਰ ਸਰ ਨੂੰ ਸਾਰੀ ਸਿਚੁਏਸ਼ਨ ਦੱਸੀ ਮੈਂ ਕਿ ਸਰ ਮੈਂ ਉਦੋਂ ਦੀ ਜਦੋਂ ਤੁਸੀਂ ਮੈਨੂੰ 2019 ਚ ਕ੍ਰਿਸ ਗੇਥਨ ਆਪਾਂ ਮਿਲੇ ਸੀ ਅੱਛਾ ਤੁਸੀਂ ਇੱਕੋ ਜਿਮ ਚ ਵੀ ਸੀਗੇ ਅਸੀਂ ਸੇਮ ਜਿਮ ਚ ਮਿਲੇ ਮੈਂ ਫਰਸਟ ਟਾਈਮ ਸਰ ਨੂੰ ਲਾਈਵ ਉਦੋਂ ਦੇਖਿਆ ਸੀਗਾ oh yeah and I told him that story also ਕਿ ਮੈਂ ਕਿਹਾ ਸਰ ਮੈਂ ਤੁਹਾਨੂੰ ਰੈਗੂਲਰਲੀ ਮਤਲਬ ਮੈਂ ਸਤਿ ਸ਼੍ਰੀ ਅਕਾਲ ਬੁਲਾਉਂਦੀ ਹੁੰਦੀ ਸੀ ਸਰ ਕਹਿੰਦੇ ਮੈਂ ਤਾਂ ਹੀ ਮੈਂ ਸੋਚ ਰਿਹਾ ਸੀ ਕਿ ਮੈਂ ਫੇਸ ਦੇਖਿਆ ਹੋਇਆ ਵੀ I can recognize you some way somehow and then I was like see now I'm working with you because my first meeting ਚ ਸਰ ਨੂੰ ਕਿਹਾ ਸੀਗਾ ਵੀ sir this is my dream like I really want to work with you ਤੇ ਮਤਲਬ ਤੁਹਾਡੇ ਫਾਦਰ ਨੇ ਜੋ ਸਿਰ ਤੇ ਹੱਥ ਰੱਖ ਕੇ ਕਿਹਾ ਮੈਨੂੰ ਜਾਣਦੇ ਆ ਕਿ ਸਾਡੇ ਪੇਰੈਂਟਸ ਕਿਤੇ ਨਾ ਕਿਤੇ ਪਰਮਾਤਮਾ ਨਾਲ ਕਨੈਕਟਡ ਹੁੰਦੇ ਆ ਜਦੋਂ ਗੱਲ ਬੱਚੇ ਦੀ ਆਉਂਦੀ ਹੈ ਨਾ ਸੋ ਆਈ ਵਿਸ਼ ਕਿ ਬਾਕੀ ਬਲੇਸਿੰਗਸ ਵੀ ਤੁਹਾਡੀਆਂ ਬਾਕੀ ਡ੍ਰੀਮਸ ਵੀ ਪੂਰੀਆਂ ਹੋਣ ਅੱਛਾ ਫਿਰ ਜਦੋਂ ਤੁਸੀਂ ਉਹਨਾਂ ਦੇ ਨਾਲ ਕੰਮ ਕਰ ਲਿਆ ਸੋ ਜਦੋਂ ਮਤਲਬ ਕਹਿੰਦੇ ਆ ਕਿ ਪੈਕਅਪ ਹੈ ਨਾ ਉਸ ਤੋਂ ਬਾਅਦ ਤੁਸੀਂ ਉਹਨਾਂ ਨਾਲ ਪ੍ਰੋਪਰਲੀ ਬੈਠ ਕੇ ਗੱਲ ਕੀਤੀ ਉਸ ਤੋਂ ਪਹਿਲਾਂ ਹੀ ਅਸੀਂ ਬਹੁਤ ਗੱਲ ਕਰ ਲਈ ਸੀਗੀ ਸਰ ਨੇ ਮੈਨੂੰ ਬਹੁਤ ਪਿਆਰ ਨਾਲ ਅਟੈਂਡ ਕੀਤਾ ਲਾਈਕ ਅ ਡਾਟਰ ਐਮ ਡਿਊਰਿੰਗ ਦ ਸ਼ੂਟ ਹੀ ਆਈ ਗੈਸ ਸਰ ਨੂੰ ਉਸ ਟਾਈਮ ਤੇ ਨਿਕਲਣਾ ਸੀਗਾ ਉਸ ਤੋਂ ਬਾਅਦ ਮੇਰੇ ਕੁਝ ਟੇਕ ਰਹਿੰਦੇ ਸੀ ਹਜੇ ਸਰ ਦਾ ਪਹਿਲਾਂ ਪੈਕਅਪ ਹੋ ਗਿਆ ਸੀਗਾ ਐਂਡ ਮਾਈ ਹਾਰਟ ਵਾਸ ਲਾਈਕ that he is leaving the set ਤੇ ਮੈਂ ਸਰ I was bit of emotional ਪਤਾ ਲੱਗਾ director my friend Pinder Burj he saw that Irvin ਦਾ ਥੋੜਾ ਜਿਹਾ ਹੁਣ ਹੋ ਗਿਆ but then I was like no I really want to work with him again and be powerful Irvin that ਇਹ ਫਿਰ ਉਹ ਮੇਰੇ ਵਾਸਤੇ ਸੱਚੀ ਇੱਕ ਸੁਪਨਾ ਸੀਗਾ ਹੈ ਨਾ ਤੇ ਉਹ ਸ਼ੂਟ ਵੀ ਮੇਰੇ ਵਾਸਤੇ ਇੱਕ ਸੁਪਨੇ 'ਚ ਨਿਕਲ ਗਿਆ ਸੱਚੀ ਮੈਨੂੰ ਰਿਅਲਾਈਜ਼ ਅੱਜ ਵੀ ਨਹੀਂ ਮੈਨੂੰ ਇਹ ਲੱਗਦਾ ਵੀ ਮੈਂ ਸ਼ੂਟ ਕੀਤਾ I really feel like ਉਹ ਵੀ ਸੁਪਨਾ ਹੀ ਉਹ ਸੁਪਨੇ ਵਾਂਗੂ ਐ ਹੀ ਨਿਕਲ ਗਿਆ ਬਹੁਤ ਹੀ
ਬਹੁਤ ਹੀ ਮੂਵਿੰਗ ਵਿੱਚ ਚਲਾ ਗਿਆ, ਪਤਾ ਹੀ ਨਹੀਂ ਲੱਗਿਆ, ਆਇਆ ਤੇ ਗਿਆ। ਜੀ ਵਾਰਨਿੰਗ ਦੇ ਵਿੱਚ ਤੁਹਾਡਾ ਜਿਹੜਾ ਕਰੈਕਟਰ ਹੈ ਨਾ ਉਹ ਬਿਲਕੁਲ ਡਿਫਰੈਂਟ ਹੈ, ਬੜਾ ਰॉ ਜਿਹਾ ਕਰੈਕਟਰ ਹੈ ਨਾ, ਇੱਕ ਕੁੜੀ ਸਿੰਪਲ ਜੀ ਹੈ, ਲੇਕਿਨ ਇਸ ਗਾਣੇ ਦੇ ਵਿੱਚ ਮੈਂ ਤੁਹਾਡਾ ਲੁੱਕਸ ਦੇਖਿਆ ਐਂਡ ਇਟਸ ਵੈਰੀ ਬਿਊਟੀਫੁਲ। ਸੋ ਖੁਦ ਨੂੰ ਜਦੋਂ ਮਿਰਰ ਦੇ ਵਿੱਚ ਵੇਖਦੇ ਸੀ ਸਮਹਾਉ ਲੱਗਦਾ ਸੀ ਕਿਤੇ ਨਾ ਕਿਤੇ ਕਿ ਸਰਤਾਜ ਜੀ ਦੇ ਨਾਲ ਮੇਰਾ ਗਾਣਾ ਹੈ, ਮੈਂ ਹੋਰ ਸੋਹਣੀ ਲੱਗਾ, ਐਵੇਂ ਦੀ ਇੱਕ ਬਹੁਤ ਕਿਉਰਿਓਸਿਟੀ ਕੁੜੀਆਂ ਨੂੰ ਹੁੰਦੀ ਹੈ ਨਾ ਕਿ ਮੈਂ ਸਹੀ ਤੇ ਲੱਗ ਰਹੀ ਹਾਂ, ਮਤਲਬ ਅਸੀਂ ਕੌਨਸ਼ੀਅਸ ਹੋ ਜਾਂਦੀ ਹਾਂ। ਸੋ ਇਹ ਹੁੰਦਾ ਸੀ ਤੁਹਾਡਾ? ਆਈ ਗੈਸ ਮੈਂ ਨਾਰਮਲ ਲਾਈਫ 'ਚ ਬਹੁਤ ਐਵੇਂ ਕੈਜੂਅਲ ਬਹੁਤ ਰਹਿਣ ਵਾਲੀ ਪਰਸਨੈਲਿਟੀ ਹਾਂ ਜੀ, ਤੇ that time also ਮੇਰੇ ਅੰਦਰ ਐਕਸਾਈਟਮੈਂਟ ਇਹ ਨਹੀਂ ਸੀ that how I am looking, because ਮੈਨੂੰ ਪਤਾ ਸੀਗਾ ਵੀ ਜਿਵੇਂ ਵੀ ਹੈ ਜੋ ਵੀ ਹੈ ਬਹੁਤ ਸੋਹਣੀ ਆ, ਮੈਂ not that but ਮੈਨੂੰ ਪਤਾ ਸੀਗਾ ਵੀ ਕਈ ਵਾਰੀ ਇੱਕ ਹੁੰਦਾ ਨਾ ਵੀ ਨੈਚੁਰਲ ਚਾਰਮ that ਤੁਹਾਡੇ ਆਪੋਜ਼ਿਟ ਯੂ ਹੈਵ ਸਤਿੰਦਰ ਸਰਤਾਜ ਸਰ, ਹਨਾ, ਤੇ ਇੱਕ ਨੈਚੁਰਲੀ ਇੱਕ ਗਲੋ, ਇੱਕ ਚਾਰਮ that you're working with him. I had that, I must say, because seriously I felt that blushing and that glow on myself. So ਕੰਮ ਕਰਨ ਤੋਂ ਬਾਅਦ ਕੰਪਲੀਮੈਂਟ ਕੀਤਾ ਉਹਨਾਂ ਨੇ, ਉਹ ਬਹੁਤ ਪਿਆਰ ਦੇ ਨਾਲ ਅਗਲੇ ਬੰਦੇ ਦੀ ਤਾਰੀਫ ਕਰਦੇ ਨੇ, ਤੁਹਾਡੇ ਨਾਮ ਦੀ ਤਾਰੀਫ ਨਹੀਂ ਕੀਤੀ ਉਹਨਾਂ ਨੇ? He appreciated so many of things, ਹੈ ਨਾ, ਕਿਉਂਕਿ ਤੁਹਾਡਾ ਜਿਹੜਾ ਨਾਮ ਹੈ ਇਹ ਇੱਕ ਮਤਲਬ ਬਹੁਤ ਬੁੱਕ ਤੋਂ ਲਿਆ ਗਿਆ ਕਰੈਕਟਰ ਦਾ ਨਾਮ ਹੈ। My complete name is Irvinmeet Kaur. ਇਰਵਿਨਮੀਤ ਨਾ। ਸੋ ਉਹਨਾਂ ਨੇ ਤਾਰੀਫ ਨਹੀਂ ਕੀਤੀ, ਉਹ ਤਾਂ ਖੁਦ ਵੀ ਇੰਨੀਆਂ ਬੁੱਕਸ ਪੜ੍ਹਦੇ ਨੇ, ਕਿਉਂਕਿ ਇੱਕ ਜਿੱਦਾਂ ਜਿਸ ਬੰਦੇ ਨੂੰ ਜਿਸ ਚੀਜ਼ ਦਾ ਇੰਟਰਸਟ ਜ਼ਿਆਦਾ ਹੁੰਦਾ ਨਾ ਉਹ ਉਸ ਦੀ ਬਿਊਟੀ ਨੂੰ ਹੋਰ ਅੱਛੇ ਤਰੀਕੇ ਦੇ ਨਾਲ ਸਮਝ ਪਾਉਂਦਾ ਹੈ। He appreciated me so much. I mean, I personally shared my many fears also, and he said, "That's nothing, Irvin. Just see yourself. You're gorgeous." है ना? ਕਹਿੰਦੇ ਵੀ ਬਹੁਤ ਬਹੁਤ ਪਿਆਰੀ ਲਾਈਫ ਹੈ ਅੱਗੇ, ਕਹਿੰਦੇ ਵੀ ਇੱਥੇ ਲਿਖਿਆ ਹੋਇਆ ਹੈ, ਕਹਿੰਦੇ have a very beautiful life ahead, be confident about your things. He was very happy meeting me, I think. But it was amazing, ਸੱਚੀ। ਉਹਨਾਂ ਨੇ ਮੈਨੂੰ ਬਹੁਤ ਬਹੁਤ ਸੋਹਣੇ ਤਰੀਕੇ ਨਾਲ ਬਹੁਤ ਚੀਜ਼ਾਂ ਚ ਕਲੀਅਰ ਕੀਤਾ, ਇੱਕ ਇੰਡਸਟਰੀ ਨੂੰ ਲੈ ਕੇ, ਪਰਸਨਲ ਲਾਈਫ ਨੂੰ ਲੈ ਕੇ, ਕੰਮ ਨੂੰ ਲੈ ਕੇ। ਇਨਫੈਕਟ ਔਨ ਸੈਟ ਜਦੋਂ ਅਸੀਂ ਟੇਕ ਦੇ ਰਹੇ ਸੀਗੇ, ਕਿਤੇ ਕਿਤੇ ਅਗਰ ਮੈਨੂੰ ਪ੍ਰੋਬਲਮ ਆ ਰਹੀ ਸੀ, ਬਿਕਾਜ਼ ਦਿਸ ਵਾਜ਼ ਮਾਈ ਫਰਸਟ ਸੌਂਗ, ਆਈ ਮਸਟ ਸੇ, ਹੈ ਨਾ, ਇੰਨਾ ਵੱਡੇ ਲੈਵਲ ਤੇ ਪ੍ਰੋਫੈਸ਼ਨਲੀ ਇਹ ਮੇਰਾ ਫਰਸਟ ਐਕਸਪੀਰੀਅੰਸ ਸੀਗਾ ਸ਼ੂਟਿੰਗ ਅ ਸੌਂਗ, ਸੋ ਆਈ ਵਾਜ਼ ਨਾਟ ਪ੍ਰੀਪੇਅਰਡ ਫॉर ਇਟ ਬਿਕਾਜ਼ ਆਈਵ ਨੈਵਰ ਐਕਸਪੀਰੀਅੰਸ ਸੱਚ, ਸੋ ਹੀ ਹੈਲਪ ਮੀ ਇਨ ਦੈਟ ਆਲਸੋ। ਸੋ ਹੁਣ ਇਸ ਤੋਂ ਬਾਅਦ ਗਾਣਿਆਂ ਦਾ ਹੈ ਪਲਾਨ ਤੁਹਾਡਾ ਹੋਰ? Not really. I really don't want to be in like songs. Okay, just movies. Just movies, ਹੈ ਨਾ। ਤੇ ਮੂਵੀਜ਼ ਦੀ ਜੇ ਆਪਾਂ ਗੱਲ ਕਰੀਏ, ਕਿਸ ਤਰ੍ਹਾਂ ਦੀਆਂ ਫਿਲਮਾਂ ਅਰਵਿੰਦ ਤੁਸੀਂ ਵੇਖਣਾ, ਤੁਹਾਡਾ ਟੇਸਟ ਕੀ ਹੈ, ਤੁਸੀਂ ਕਰਨਾ ਕਿਸ ਤਰ੍ਹਾਂ ਦੇ ਕੈਰੈਕਟਰਸ ਚਾਹੁੰਦੇ ਹੋ, ਤੁਸੀਂ ਕਿਹੋ ਜਿਹਾ ਕੰਮ ਪ੍ਰੈਫਰ ਕਰੋਗੇ? ਕੁਝ ਇਹੋ ਜਿਹਾ ਜਿਹਦੇ ਚ ਮੈਂ ਆਪਦੇ ਆਪ ਨੂੰ ਪ੍ਰੂਫ ਕਰ ਸਕਾਂ। ਓਕੇ। ਕੁਝ ਇਹੋ ਜਿਹੇ ਕੈਰੈਕਟਰਸ ਜਿਹੜੇ ਚੈਲੰਜਿੰਗ ਹੈ, ਜਾਂ ਵੂਮਨ ਓਰੀਐਂਟਡ, ਜਿਹਦੇ ਚ ਕੁਝ ਮੇਰੇ ਵਾਸਤੇ ਚੈਲੰਜਸ ਹੋਣ, ਹੈ ਨਾ, ਕੁਝ ਡਿਫਰੈਂਟ ਹੋਏ, ਵੀ ਸਿਰਫ ਉਹ ਨਹੀਂ ਵੀ ਇਧਰੋਂ ਗਏ ਸ਼ਾਟ ਦੇਤਾ, ਇਧਰੋਂ ਗਏ ਫਿਰ ਸ਼ਾਟ ਦੇਤਾ, ਨਾਟ ਦੈਟ। ਜੀ, that is also very important, ਉਹ ਵੀ ਇੱਕ ਬਿਊਟੀਫਿਕੇਸ਼ਨ, ਉਹ ਸਾਰੀ ਚੀਜ਼ਾਂ ਵੀ ਇੱਕ ਫੀਮੇਲ ਵਾਸਤੇ ਬਹੁਤ ਇੰਪੋਰਟੈਂਟ ਨੇ, ਬਟ ਨਾਓ ਕੰਮ ਵੀ ਦਿਖਣਾ ਚਾਹੀਦਾ। ਐਜ਼ ਆਫ ਨਾਓ ਦ ਇੰਡਸਟਰੀ ਇਜ਼ ਚੇਂਜਿੰਗ, ਹੈ ਨਾ, ਨੈਟਫਲਿਕਸ, ਐਮਾਜ਼ਨ ਦਾ ਟਾਈਮ ਹੈ, ਪੀਪਲ ਨੋ ਇਟ ਨਾਓ। ਹੁਣ ਇੱਕ ਵੱਡੇ ਸਟਾਰ ਨੂੰ ਵੀ ਫਲॉप ਕਰਦੇ ਨੇ, ਸੋ ਆਈ ਜਸਟ ਵਾਂਟ ਟੂ ਬੀ ਲਾਈਕ ਦੈਟ ਕਿ ਆਈ ਐਮ ਐਨ ਐਕਟਰ। ਰਾਈਟ, ਆਡੀਅנס ਬਹੁਤ ਇੰਟੈਲੀਜੈਂਟ ਹੋਵੇ, ਪੀਪਲ ਆਰ ਵੈਰੀ ਕਲੇਵਰ ਨਾਓ। ਯਾ, ਸੋ ਬ੍ਰਦਰ ਸ਼ੁਰੂ ਤੋਂ ਗਿੱਪੀ ਨੂੰ ਵੇਖਦੇ ਆਇਆ, ਉਹਨਾਂ ਨਾਲ ਤੁਸੀਂ ਕੰਮ ਕਰਨਾ ਚਾਹੋਗੇ, ਐਂਡ ਪਰਮਾਤਮਾ ਕਰੇ ਤੁਹਾਡਾ ਸੁਪਨਾ ਪੂਰਾ ਹੋਵੇ। ਫਿਰ ਸਤਿੰਦਰ ਦੀ ਜੇ ਗੱਲ ਕਰ ਰਹੀ ਹੈ ਨਾ, ਸੋ ਸਰਤਾਜ ਜੀ ਐਂਡ ਗਿੱਪੀ ਜੀ ਤੋਂ ਇਲਾਵਾ ਇਰਵਿਨ ਕਿਹਦੇ ਨਾਲ ਕੰਮ ਕਰਨ ਦੇ ਇੱਛੁਕ ਹੋ? ਕਿਸ ਐਕਟਰ ਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਮੇਰਾ ਗਿਵ ਐਂਡ ਟੇਕ ਜਿਹੜਾ ਹੈ, ਐਕਸ਼ਨ ਰਿਐਕਸ਼ਨ ਬਹੁਤ ਖੂਬਸੂਰਤੀ ਦੇ ਨਾਲ ਸਕਰੀਨ ਉੱਤੇ ਆ ਸਕਦਾ, ਸੋ ਇਹਨਾਂ ਨਾਲ ਕੰਮ ਕਰਾਂਗੀ ਮੈਂ? ਆਈ ਮਸਟ ਸੇ ਅਮਰਿੰਦਰ ਗਿੱਲ ਸਰ, ਗਿੱਪੀ, ਦਿਲਜੀਤ ਸਰ, ਗਿੱਪੀ ਸਰ ਤਾਂ ਹੈਗੇ ਨੇ, Diljit sir, or maybe Amy Virk. They all are very nice. I mean, people from Punjabi industry, they all are very nice. Or good content, अच्छा healthy content ले ਹੁੰਦੇ ਨੇ। Now they are changing so much. They are learning so much. मतलब एक ये नहीं है कि they are constant. They're like growing so much that ਮੈਂ ਮਨ ਕਰਦਾ ਵੀ ਬਸ ਹੁਣ ਫਟਾਫਟ ਇੱਥੇ ਤੱਕ ਪਹੁੰਚੋ ਐਂਡ ਦੈਨ ਵਰਕ ਵਿਦ ਥੀਸ ਪੀਪਲ। ਅੱਛਾ ਇਰਵਿਨ, ਜਦੋਂ ਅਸੀਂ ਪੰਜਾਬੀ ਸਿਨੇਮਾ 'ਚ ਕੰਮ ਕਰਦੇ ਹਾਂ ਫੋਰ ਐਗਜ਼ਾਮਪਲ, ਹੈ ਨਾ, ਤੇ ਸਾਡਾ ਨੈਕਸਟ ਸਟੈਪ ਹੁੰਦਾ ਬਾਲੀਵੁੱਡ ਓਬਵੀਅਸਲੀ, ਲੇਕਿਨ ਤੁਸੀਂ, ਕਿਉਂਕਿ ਮੈਂ ਤੁਹਾਡੇ ਕੋਲੋਂ ਇਸ ਕਰਕੇ ਜਾਣਨਾ ਚਾਹੁੰਦੀ ਹਾਂ ਕਿਉਂਕਿ ਤੁਸੀਂ ਗੱਲ ਕੀਤੀ ਹੈ ਕਰੈਕਟਰਸ ਦੀ ਕਿ ਕੁੜੀਆਂ ਕੋਲ ਕੰਮ ਚੈਲੰਜਸ ਵਿੱਚ ਹੋਣਾ ਚਾਹੀਦਾ, ਸੋ ਤੁਸੀਂ ਬਾਕੀ ਰੀਜਨਲ ਸਿਨੇਮਾ ਨੂੰ ਵੀ ਟਰਾਈ ਕਰਨਾ ਚਾਹੋਗੇ ਜੋ ਤੁਹਾਨੂੰ ਮੌਕਾ ਮਿਲੇਗਾ? ਆਈ ਰੀਅਲੀ ਵਾਂਟ ਟੂ ਟਰਾਈ ਸਾਊਥ, ਹੈ ਨਾ, ਕਿਉਂਕਿ ਸਾਡੇ ਆਰਟਿਸਟ ਵੀ ਉਧਰ ਕੰਮ ਕਰ ਰਹੇ ਨੇ, ਉਹਨਾਂ ਦੇ ਆਰਟਿਸਟ ਦਾ ਵੀ ਬਹੁਤ ਵੱਡਾ ਕੰਟਰੀਬਿਊਸ਼ਨ ਸਟਾਰਟ ਹੋ ਚੁੱਕਿਆ ਹੈ ਐਗਜ਼ੈਕਟਲੀ, ਐਂਡ ਦੇ ਰੀਅਲੀ ਵਾਂਟ ਟੂ ਕਮ ਹਿਅਰ। ਆਈ ਮੀਨ ਉਹਨਾਂ ਨੂੰ ਇੱਥੇ ਦੀ ਸਕ੍ਰਿਪਟਸ, ਉਹਨਾਂ ਨੂੰ ਇੱਥੇ ਦਾ ਕੰਟੈਂਟ ਬਹੁਤ ਅਟਰੈਕਟ ਕਰ ਰਿਹਾ। ਇਨਫੈਕਟ ਬਾਲੀਵੁੱਡ ਆਲਸੋ ਇਜ਼ ਰੀਚਿੰਗ ਪੰਜਾਬ ਫॉर ਟੂ ਮਚ ਆਫ ਕੰਟੈਂਟ, ਐਂਡ ਮਤਲਬ ਇੱਥੇ ਦਾ एनवायरनमेंट एंड पीपल आल्सो, आर्टिस्ट्स आल्सो, है ना, बट आई रियली वांट टू ट्राई इन साउथ इंस्टेड ऑफ बॉलीवुड।
ਓਕੇ ਸੋ ਬਾਲੀਵੁੱਡ ਦੀ ਵੀ ਜੇਕਰ ਆਪਾਂ ਗੱਲ ਕਰੀਏ ਹੈ ਨਾ ਇਰਵਿਨ ਤੁਸੀਂ ਕਿਸ ਤਰ੍ਹਾਂ ਦੀਆਂ ਫਿਲਮਾਂ ਕਰਨੀਆਂ ਚਾਹੋਗੇ ਕਿਉਂਕਿ ਮੋਸਟਲੀ ਕੀ ਹੁੰਦਾ ਹੈ ਕਿ ਜਦੋਂ ਸਾਨੂੰ ਕੋਈ ਆਫਰ ਮਿਲਦਾ ਹੈ ਤੇ ਅਸੀਂ ਸਭ ਤੋਂ ਪਹਿਲਾਂ ਇਹ ਚੈੱਕ ਕਰਦੇ ਹਾਂ ਕਿ ਬਾਲੀਵੁੱਡ ਹੈ ਫਿਰ ਅਸੀਂ ਜ਼ਿਆਦਾ ਤੋਂ ਜ਼ਿਆਦਾ ਚੈੱਕ ਕਰਾਂਗੇ ਆ ਪ੍ਰੋਡਕਸ਼ਨ ਹਾਊਸ ਦਾ ਇਸ ਲੈਵਲ ਦੀ ਫਿਲਮ ਹੈ ਬਟ ਇਰਵਿਨ ਕੀ ਚੈੱਕ ਕਰੂਗੀ ਇਰਵਿਨ ਦੀ ਪ੍ਰਾਇੋਰਿਟੀ ਕੀ ਰਹੂਗੀ ਫਿਲਮ ਨੂੰ ਚੂਜ਼ ਕਰਦੇ ਟਾਈਮ First of all, I'll definitely see the script and my character. ਜੀ content you mean Content, yeah, definitely. First of all, what I am doing in that. And then the other thing is who's shooting. This is very important. Yeah, because the cinemas is for directors, right? True. So I really want to see the script and then the director. ਦੈਟਸ ਗੁੱਡ ਸੋ ਕੰਮ ਦੀ ਗੱਲਾਂ ਤੇ ਬਹੁਤ ਹੋ ਗਿਆ ਹੈ ਨਾ ਹੁਣ ਦਿੱਲੀ ਦੀ ਕੁੜੀ ਬਾਰੇ ਜਾਣਦੇ ਆ ਥੋੜਾ ਜਿਹਾ ਸੋ ਇਰਵਿਨ ਕਿਸ ਤਰ੍ਹਾਂ ਇਰਵਿਨ ਪਰਦੇ ਤੋਂ ਪਿੱਛੇ ਜੇ ਹੈਗੀ ਹੈ ਤੇ ਕਿਹੋ ਜਿਹੀ ਹੈ ਸਕੂਲ ਟਾਈਮ ਕਿਹੋ ਜਿਹਾ ਰਿਹਾ ਕਾਲਜ ਦੇ ਵਿੱਚ ਇਰਵਿਨ ਦੀ ਪਹਿਚਾਨ ਕੀ ਸੀ ਸਵਿਮਿੰਗ ਦੇ ਵਿੱਚ ਤਾਂ ਤੁਸੀਂ 골ਡ ਮੈਡਲਿਸਟ ਹੈਗੇ ਹੀ ਹੋ ਯਾ born and brought up in Delhi ਤੇ ਕਾਲਜ ਮੇਰਾ Delhi University I'm undergraduate from Khalsa SGTB Khalsa College ਜੀ ਵਿਸ਼ਵ-ਵਿਦਿਆਲਿਆ ਤੇ political honors. Can you believe that? No. I mean, but I have to believe na. What I am right now, this is my real life personality. अच्छा स्कूल च पहचान की हो जैसे एक sophisticated जी पढ़न वाली बच्ची से या फिर नहीं? No. नहीं. I was a backbencher plus a very पढ़न वाली कुड़ी. अच्छा backbencher क्यों? Backbencher पूरी सी मैं. कि पढ़ाई ते करनी ही है. लेकिन बैक बेंचर इस करके कि शरारतां बदमाशी भी पूरी कीती है अच्छा बदमाशी पूरी बदमाशी शरारतां या बदमाशी बदमाशी की हो जी बदमाशी है भी जी मतलब पूरा पता ਹੁੰਦਾ ਸੀ ਸਕੂਲ ਚ ਬਿਕਾਜ਼ ਮੇਰੇ ਬ੍ਰਦਰ ਕਰਕੇ ਵੀ ਇੱਕ ਇਮੇਜ ਸੀਗੀ ਵੀ ਇਹ ਅੰਗਦ की बहन काइंड ऑफ अ थिंग अच्छा सो आई हैड दैट थिंग कि चलो थोड़ा सा इसको यूज कर लेते हैं ਉਹਨੂੰ ਬਦਮਾਸ਼ੀ ਕਰ ਦੇਣਾ ਕੁੱਟੇ ਕੱਟੇ ਮੁੰਡੇ ਕੁੜੀਆਂ नहीं ऐसा सच तो कुछ नहीं बट खौफ ਸੀਗਾ बहुत अच्छा खौफ ਸੀਗਾ कि कुछ भी हो सकता है खौफ सच्ची ਸੀਗਾ ਮੇਰਾ ਤੇ ਉਸ ਤੋਂ ਬਾਅਦ ਮੈਂ 11th ਤੇ 12th ਚ ਆ ਕੇ ਹੈਡ ਗਰਲ ਬਣ ਗਈ ਫਿਰ ਤਾਂ ਵੈਸੇ ਹੀ ਬਹੁਤ ਜ਼ਿਆਦਾ मतलब बच्चे ਜਿਹੜੇ ਜੂਨੀਅਰਸ ਸੀਗੇ ਸਾਰਿਆਂ ਨੂੰ ਐਸ ਵੀ ਭਈ ਆ ਦੋ ਤਰ੍ਹਾਂ ਦੇ ਬੱਚੇ ਹੁੰਦੇ ਆ ਕਲਾਸ ਦੇ ਵਿੱਚ ਕੁੜੀਆਂ ਦੀ ਜੇ ਗੱਲ ਕਰੀਏ ਇੱਕ ਹੁੰਦੀ ਹੈ ਕਿ ਜਿਹਨਾਂ ਨੂੰ ਕੁਝ ਨਹੀਂ ਪਤਾ ਚੱਲੀਆਂ ਬਜਲੀਆਂ ਜੀਆਂ ਬਸ ਆਉਂਦੀਆਂ ਨੇ ਤੇ ਜਾਂਦੀਆਂ ਨੇ ਇੱਕ ਹੁੰਦੀਆਂ ਵੈਰੀ ਸਮਾਰਟ ਜਿਹੜਿਆਂ ਨੂੰ ਯੂਨੀਫਾਰਮ ਇੱਕਦਮ ਪਾਰਟਿਕੂਲਰ ਹੋਣੀ ਚਾਹੀਦੀ ਆ ਜਿਨ੍ਹਾਂ ਦੀ ਚੋਟੀਆਂ ਹੈ ਨਾ ਇੱਕ ਹੀ ਗੁੱਤ ਕਰਨੀਆਂ ਭਾਵੇਂ ਪਨਿਸ਼ਮੈਂਟ ਮਿਲ ਜੇ ਸੋ ਇਰਵਿਨ ਦਾ ਕਿ ਆਈ ਵਾਸ ਦੈਟ ਆਈ ਮੀਨ ਦ ਸੈਕੰਡ ਵਨ ਬਟ ਮੈਂ ਰੂਲਸ ਘੱਟ ਬ੍ਰੇਕ ਕਰਦੀ ਸੀ ਬਿਕਾਜ਼ ਮੈਨੂੰ ਟੀਚਰਸ ਬਹੁਤ ਪਿਆਰ ਕਰਦੇ ਸੀ ਐਂਡ ਆਈ ਰੀਲੀ ਡੋਨਟ ਵਾਂਟ ਟੂ ਗੈਟ ਆਊਟ ਆਫ ਦੈਟ ਲੀਗ ਮੈਨੂੰ ਉਹ ਚੀਜ਼ਾਂ ਨੂੰ ਮੇਨਟੇਨ ਕਰਕੇ ਤੇ ਬੈਲੈਂਸ ਕਰਕੇ ਚੱਲਣ ਦਾ ਬਹੁਤ ਸ਼ੌਂਕ ਸੀ ਕਿ ਉਸ ਦੇ ਵਿੱਚ ਜ਼ਿਆਦਾ ਟੌਰ ਹੁੰਦੀ ਹੈ ਤੇ ਕੌਨਫੀਡੈਂਸ ਵੀ ਬਣਿਆ ਰਹਿੰਦਾ ਹੈ ਸਮਵੇਅਰ ਸਮਹਾਉ ਤੁਹਾਡੇ ਨਾਲ ਬੱਚੇ ਵੀ ਅਟੈਚ ਰਹਿੰਦੇ ਨੇ ਤੁਹਾਡੇ ਕਲਾਸਮੇਟਸ ਵੀ ਅਟੈਚ ਹੁੰਦੇ ਨੇ ਟੀਚਰਸ ਵੀ ਸੋ ਟੀਚਰਸ ਨੂੰ ਕਦੀ ਕੰਪਲੇਂਟ ਰਹੀ ਹੈ ਕਿਸੇ ਚੀਜ਼ ਤੋਂ ਅੱਜ ਤੱਕ ਵੀ ਨਹੀਂ ਐਸ ਸੱਚ ਨਹੀਂ ਬਟ ਕਦੀ ਗਰੁੱਪਿੰਗ ਕਰਕੇ ਥੋੜੀ ਜੀ ਕੰਪਲੇਂਟ ਮਤਲਬ ਮੰਮਾ ਨੂੰ ਬੁਲਾ ਲੈਂਦੇ ਸੀ ਵੀ ਇਰਵਿਨ ਗਰੁੱਪਿੰਗ ਬਹੁਤ ਕਰਤੀ ਹੈ ਸੋ ਦੈਟਸ ਇਟ ਓਕੇ ਸੋ ਕਾਲਜ ਦੀ ਜੇ ਗੱਲ ਕਰੀਏ ਫਿਰ ਕਾਲਜ ਦੇ ਵਿੱਚ ਪਰਸਨੈਲਿਟੀ ਇੱਕਦਮ ਚੇਂਜ ਹੋ ਕੇ ਬਾਹਰ ਆਉਂਦੀ ਹੈ ਨਾ ਤੁਹਾਡੀ ਕਿਉਂਕਿ ਸਾਡਾ ਬਹੁਤ ਕੁਝ ਚੇਂਜ ਹੋ ਜਾਂਦਾ ਲਾਈਫ ਦਾ ਇੱਕ ਸੈਕੰਡ ਚੈਪਟਰ ਕਹਿ ਲਈਏ ਸੋ ਉਦੋਂ ਇਰਵਿਨ ਦੀ ਪਛਾਣ ਕੀ ਸੀ ਬੱਚਿਆਂ ਦੇ ਵਿੱਚ ਐਂਡ ਟੀਚਰਸ ਦੇ ਵਿੱਚ ਕਿਸ ਤਰ੍ਹਾਂ ਦੀ ਬੌਂਡਿੰਗ ਸ਼ੇਅਰ ਕਰਦੇ ਸੀ ਕਾਲਜ ਐਸ ਸੱਚ ਮੇਰਾ ਬਹੁਤ ਐਕਸਪੋਜ਼ਰ ਨਹੀਂ ਰਿਹਾ ਬਿਕਾਜ਼ ਇਨ ਬਿਟਵੀਨ ਆਈ ਸ਼ਿਫਟਡ ਹਿਅਰ ਹੈ ਨਾ ਓਕੇ ਤੇ ਜਿਹੜਾ ਵੀ 1.5-2 ਸਾਲ ਮੈਂ ਉੱਥੇ ਰੈਗੂਲਰ ਰਹੀ ਸੀ ਉਹਦੇ ਟੀਚਰ ਮੈਨੂੰ ਬਹੁਤ ਪਿਆਰ ਕਰਦੇ ਸੀਗੇ ਦੇ ਵਰ ਵੈਰੀ ਨਾਈਸ ਦੇ ਸਟਿਲ ਲਾਈਕ ਬਹੁਤ ਮੈਨੂੰ ਹੁਣ ਵੀ ਬਹੁਤ ਪਿਆਰ ਕਰਦੇ ਨੇ ਮੈਂ ਹੁਣ ਵੀ ਕਾਲਜ ਜਾਂਦੀ ਹਾਂ ਤਾਂ ਬਾਕੀ ਮੇਰਾ ਸਿਰਫ ਕੁਝ 5-6 ਜਣਿਆਂ ਦਾ ਗਰੁੱਪ ਬਣਿਆ ਸੀਗਾ ਕਾਲਜ ਦਾ ਬਿਕਾਜ਼ ਆਈ ਵਾਸ ਲਾਈਕ ਵੀ ਚਲੋ ਵੀ ਲੈਟਸ ਸਟੇ ਇਨ them ਬਾਲਾ ਜ਼ਿਆਦਾ ਐਕਸਪੋਜ਼ਰ ਕਾਲਜ ਮੈਂ ਰੱਖਣਾ ਨਹੀਂ ਚਾਹੁੰਦੀ ਸੀ ਆਰ ਯੂ ਕ੍ਰੇਜ਼ੀ ਯਾ ਫॉर व्हाट crazy for many things adventure thrills horror movies okay I'm very adventurous bunk ਕੀਤਾ ਕਦੇ ਤੁਸੀਂ ਬਹੁਤ ਸਕੂਲ ਜਾਂ ਕਾਲਜ ਕਲਾਸ ਬੰਕਸ ਸਕੂਲ ਬੰਕ ਨਹੀਂ ਕੀਤਾ ਕਾਲਜ ਕਲਾਸ ਬੰਕ ਕੀਤੀਆਂ ਨੇ ਸਕੂਲ ਚ ਜਾਂ ਕਾਲਜ ਸਕੂਲ ਚ ਅੱਛਾ ਕਿਉਂ ਹੋਮਵਰਕ ਪੂਰਾ ਨਹੀਂ ਹੁੰਦਾ ਸੀ no we just want to thrill ਕਿ ਮਤਲਬ ਉਹ ਇੱਕ ਅੰਦਰ ਧਕ ਧਕ ਉਹਦਾ ਮਜ਼ਾ ਆਉਂਦਾ ਸੀ ਬਸ ਦੈਟਸ ਇਟ ਹੋਮਵਰਕ ਸਭ ਚੀਜ਼ਾਂ ਮੇਰੀ ਬਹੁਤ ਅਪਡੇਟਡ ਸੀ ਫਿਰ ਫੜੇ ਗਏ ਕਦੀ ਬਹੁਤ ਵਾਰੀ ਫਿਰ ਕੰਪਲੇਂਟ ਓਕੇ ਸੋ ਦੈਨ ਟੀਚਰ ਵੀ ਕਈ ਵਾਰੀ ਛੱਡ ਦਿੰਦੇ ਸੀ ਵੀ ਚੱਲ ਯਾਰ ਇਰਵਿਨ ਇਟਸ ਓਕੇ ਬਟ ਜਿਹੜੇ ਮੇਰੇ ਨਾਲ ਦੇ ਸੀ ਉਹ ਵਿਚਾਰੇ ਬਹੁਤ ਵਿਚਾਰੇ ਦੇ ਵਰ ਲਾਈਕ suffering too much okay but ਹੁਣ ਉਹ ਖੁਸ਼ ਹੁੰਦੇ ਹੋਣਗੇ ਕੰਟੈਕਟ ਚ ਨੇ ਬਿਲਕੁਲ ਸਾਰੇ ਰਾਈਟ ਸੋ ਦਿੱਲੀ ਦਾ ਬੜਾ ਮੰਨਿਆ ਜਾਂਦਾ ਹੈ ਕਿ ਲਾਈਫ ਬੜੀ ਐਡਵੈਂਚਰਸ ਹੁੰਦੀ ਹੈ ਨਾਈਟ ਆਊਟਸ ਹੁੰਦੇ ਨੇ ਹੈ ਨਾ ਪਾਰਟੀਆਂ ਹੁੰਦੀਆਂ ਨੇ ਤੁਸੀਂ ਘੁੰਮਣ ਜਾਂਦੇ ਹੋ ਸੋ ਇਰਵਿਨ ਇਹੋ ਜਿਹੀ ਸੀ ਜਾਂ ਘਰ ਦੇ ਵਿੱਚ ਇੱਕ ਡਿਸਪਲਿਨ ਬਣਿਆ ਹੋਇਆ ਸੀ ਇੱਕ ਟਾਈਮ ਤੋਂ ਬਾਅਦ ਘਰ ਨਹੀਂ ਜਾਣਾ ਜਾਂ ਫਰੈਂਡਸ ਦੇ ਨਾਲ ਇੱਕ ਟਾਈਮ ਤੱਕ ਹੀ ਤੁਸੀਂ ਫਨ ਕਰ ਸਕਦੇ ਹੋ ਮੈਨੂੰ ਕਦੀ ਬਾਉਂਡ ਨਹੀਂ ਕੀਤਾ ਗਿਆ ਕਿਸੇ ਵੀ ਚੀਜ਼ ਵਾਸਤੇ ਪਰ ਬਹੁਤ ਓਵਰ ਵੀ ਨਹੀਂ ਜਾਣ ਦਿੱਤਾ ਦ ਥਿੰਗਸ ਆਰ ਵੈਰੀ ਬੈਲੈਂਸਡ ਵੀ ਮੈਂ ਇਹ ਨਹੀਂ ਕਹਿ ਸਕਦੀ ਵੀ ਮੈਨੂੰ ਕਿਸੇ ਚੀਜ਼ ਵਾਸਤੇ ਮੈਂ ਕੋਈ ਚੀਜ਼ ਨਹੀਂ ਕੀਤੀ ਪਰ ਐ ਵੀ ਨਹੀਂ ਸੀਗਾ ਵੀ ਮਤਲਬ
ਬਿਲਕੁਲ ਹੀ ਕੋਈ ਰਿਜ਼ਰਵ ਮਤਲਬ ਤੇ ਰਿਜ਼ਰਵ ਘਰਦਿਆਂ ਨੂੰ ਡਿਸਟਰਬ ਕਰਕੇ ਨਹੀਂ ਕੀਤੀ। ਨਹੀਂ ਮਤਲਬ ਜੋ ਵੀ ਕਿਉਂਕਿ ਮੇਰੇ ਪੇਰੈਂਟਸ ਹੀ ਇੰਨੇ ਫਲੈਕਸੀਬਲ ਸੀਗੇ, ਮੇਰੇ ਫਾਦਰ ਨੂੰ ਦੇ ਵੀ ਇਰਵਿਨ ਹਰ ਚੀਜ਼ ਮਤਲਬ ਇਰਵਿਨ ਜਹਾਜ਼ ਵੀ ਉਡਾ ਲੇ, ਆਪਾਂ ਨੂੰ ਐ ਹੁੰਦਾ ਵੀ ਹਰ ਚੀਜ਼ ਐਕਸਪੀਰੀਅੰਸ ਕਰ ਲੈ। ਸੇਮ ਵੇ ਮਾਈ ਮਦਰ ਇਜ਼ ਸ਼ੀ ਇਜ਼ ਲਾਈਕ ਵੈਰੀ ਕੋਆਪਰੇਟਿਵ ਇਨ ਥਿੰਗਸ। ਤਾਂ ਉਹਨਾਂ ਨੂੰ ਸ਼ੁਰੂ ਤੋਂ ਸੀਗਾ ਵੀ ਮਤਲਬ ਸਾਨੂੰ ਬਿਜ਼ੀ ਇੰਨਾ ਰੱਖਿਆ, ਸਾਨੂੰ ਬ੍ਰਦਰ ਸਿਸਟਰ ਨੂੰ ਇੰਨਾ ਜ਼ਿਆਦਾ ਬਿਜ਼ੀ ਰੱਖਿਆ ਵੀ ਸਾਡਾ ਦਿਮਾਗ ਇੱਧਰ ਉੱਧਰ ਬਾਹਲਾ ਗਿਆ ਹੀ ਨਹੀਂ। ਤੇ ਡਰਾਈਵਿੰਗ ਕਰਦੇ ਹੋ ਤੁਸੀਂ? ਗੱਡੀਆਂ ਕਿੰਨੀਆਂ ਠੋਕੀਆਂ? ਨਹੀਂ ਨਹੀਂ ਕਦੀ ਨਹੀਂ। ਸੇਫ ਡਰਾਈਵਿੰਗ? ਸੇਫ ਡਰਾਈਵਿੰਗ ਸ਼ੁਰੂ ਤੋਂ ਲੈ ਕੇ ਆਈ ਡਰਾਈਵ ਵੈਰੀ ਗੁੱਡ। ਸ਼ੁਰੂ ਤੋਂ ਲੈ ਕੇ ਹੁਣ ਤੱਕ? ਉਹ ਦੈਟਸ ਗੁੱਡ। ਫਿਰ ਤੇ ਫਾਦਰ ਦਾ ਕੌਨਫੀਡੈਂਸ ਸਹੀ ਹੈ ਕਿ ਜਹਾਜ਼ ਵੀ ਚਲਾ ਸਕਦੀ ਹੈ। ਹਾਂ ਸੱਚੀ ਪਾਪਾ ਨੂੰ ਯੂ ਸ਼ੁਡ ਟਰਾਈ ਦੈਟ ਆਲਸੋ। ਅੱਛਾ ਤੁਸੀਂ ਜਿੰਨੀਆਂ ਵੀ ਹੁਣ ਤੱਕ ਬਾਲੀਵੁੱਡ ਤੇ ਜਾਂ ਬਾਲੀਵੁੱਡ ਫਿਲਮਾਂ ਦੇਖੀਆਂ ਹੈ, ਕਿਸੇ ਦੇ ਕਰੈਕਟਰ ਨੇ ਤੁਹਾਨੂੰ ਬਹੁਤ ਇਨਸਪਾਇਰ ਕੀਤਾ ਕਿ ਜੇ ਆਉਣ ਵਾਲੇ ਟਾਈਮ ਦੇ ਵਿੱਚ ਉਹਦਾ ਸੀਕੁਅਲ ਬਣਾਇਆ ਜਾਵੇ ਜਾਂ ਉਹ ਹੈ ਨਾ ਉਹਦੀ ਸੀਰੀਜ਼ ਸਟਾਰਟ ਕੀਤੀ ਜਾਵੇ ਫਿਲਮ ਦੀ, ਤੇ ਤੁਸੀਂ ਉਹ ਕਰੈਕਟਰ ਨਿਭਾਉਣਾ ਚਾਹੋਗੇ? ਫੀਮੇਲ ਕੈਰੈਕਟਰ ਓਕੇ not very specifically ਮਤਲਬ ਮੈਨੂੰ ਕਾਫੀ ਸਾਰੇ ਲੋਕ ਪਸੰਦ ਨੇ। ਕੋਈ ਇੱਕ ਮੂਵੀ ਤੁਸੀਂ ਪੁੱਛ ਰਹੇ ਹੋ ਨਾ, ਕਿਸੇ ਮੂਵੀ ਦਾ ਕੋਈ ਕਰੈਕਟਰ ਜੋ ਤੁਸੀਂ ਚਾਹੋ ਕਿ ਹਾਂਜੀ ਤੁਸੀਂ ਉਹ ਜੋ ਕਰੈਕਟਰ ਕਰਨਾ ਚਾਹੋਗੇ? I don't know. ਓਕੇ, ਕਿਸ ਡਾਇਰੈਕਟਰ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਇਰਵਿਨ? ਅਨੁਰਾਗ ਕਸ਼ਯਪ। ਓਕੇ, ਸੋ ਉਹਨਾਂ ਦੀ ਜਿਹੋ ਜਿਹੀਆਂ ਫਿਲਮਾਂ ਕਨਸੈਪਟਸ ਲੈ ਕੇ ਆਉਂਦੇ ਨੇ, ਬਹੁਤ ਜ਼ਿਆਦਾ ਇੰਟੈਲੀਜੈਂਟ ਕਨਸੈਪਟਸ ਉਹ ਹੁੰਦੇ ਨੇ, ਹੈ ਨਾ। ਸੋ ਜੇ ਤੁਹਾਨੂੰ ਮੌਕਾ ਮਿਲੇ ਕਿ ਉਹਨਾਂ ਦੀ ਫਿਲਮ ਦੇ ਵਿੱਚ ਕੰਮ ਕਰਨਾ ਹੈ, ਠੀਕ ਹੈ, ਉਹ ਪੂਰੀ ਪ੍ਰੋਪਰ ਥ੍ਰਿਲ ਫਿਲਮ ਹੈ, ਤੁਹਾਡਾ ਐਕਟਰ ਕੌਣ ਹੋਏਗਾ? ਆਪੋਜ਼ਿਟ ਵਿੱਕੀ ਕੌਸ਼ਲ। Oh my god. Okay, so pura plan hai dimag de vich. I really want to work with him. After Sardar Udham, he's too good. I don't have to say. A benchmark set ho chuke hai, right? You were very right. Okay. I really want to watch that film again. मतलब मैं already 2 बारी देख चुकी हूँ. हाँ. And I'll watch it again. That film is really good. बहुत ज़्यादा. Right. So ਹੁਣ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ 3 ਸਾਲਾਂ ਦੇ ਵਿੱਚ ਆਪਣੇ ਆਪ ਨੂੰ ਕਿੱਥੇ ਵੇਖਦੇ ਹੋ? ਆਈ ਮੀਨ ਇਰਵਿਨ ਕੀ ਕਰ ਰਹੀ ਹੋਏਗੀ, ਕੀ ਇਮੇਜਿਨੇਸ਼ਨ ਹੈ, ਕੀ ਸੋਚਦੇ ਹੋ? ਅਵਾਰਡ ਲੈ ਰਹੀ ਹੋਏਗੀ, ਕੋਈ ਇਹੋ ਜਿਹੀ ਫਿਲਮ ਕਰ ਰਹੀ ਹੋਏਗੀ ਹਾਲੀਵੁੱਡ? ਆਈ ਮੀਨ ਵਾਟ? I just see myself that I'm working. I'm working that the way I want to work. That's it. And I'm doing it right now also. So I'm cool with it. I mean, there's no like कोई ऐसा कोई dream या कुछ ਉਹ ਜਿਹੀ ਹੁਣ ਚੀਜ਼ ਹੈ ਨਹੀਂ, because things are very smooth now. ਪਤਾ ਕੀ ਹੈ, ਸਾਡੀ ਲਾਈਫ 'ਚ ਅਸੀਂ ਕਹਿੰਦੇ ਨੇ ਵੀ ਸਟਰਗਲ ਕੀਤੀ ਹੈ। ਮੈਂ ਇਹਨੂੰ ਕਹਿੰਦੀ ਵੀ ਲਰਨਿੰਗ ਜਿਹੜਾ ਮੇਰਾ ਸੀਗਾ, ਇਟ ਵਾਸ ਨਾਟ ਅ ਸਟਰਗਲ, ਇਟ ਵਾਸ ਅ ਪ੍ਰੋਸੈਸ, ਬਿਕਾਜ਼ ਮਾਈ ਪੈਰੈਂਟਸ ਵਰ ਵਿਦ ਮੀ, ਦੇ ਵਰ ਸਪੋਰਟਿੰਗ ਮਾਈ ਬ੍ਰਦਰ, ਮਾਈ ਫੈਮਿਲੀ, in fact the people around me, ਹੈ ਨਾ, ਜਿਹੜੇ ਮੈਨੂੰ ਅੱਗੇ ਮਿਲੇ ਸਾਰੇ ਲੋਕ ਵੀ, they were all supporting. I was learning at every step. ਤੇ ਮੈਂ ਉਸ ਚੀਜ਼ ਨੂੰ ਕਹਿੰਦੀ ਵੀ ਮੇਰਾ ਹੀ ਪ੍ਰੋਸੈਸ ਸੀਗਾ, and I am into that process now also, but it's not a struggle. struggle ਉਹਨਾਂ ਲੋਕਾਂ ਦੀ ਹੁੰਦੀ ਜਿਨ੍ਹਾਂ ਦੇ ਪੈਰੈਂਟਸ ਸਪੋਰਟ ਨਹੀਂ ਕਰਦੇ, because I've seen people on auditions, है ना, seen girls like they're struggling, ਕਿੱਥੋਂ ਆ ਰਹੇ ਨੇ, ਕਿਵੇਂ ਆ ਰਹੇ ਨੇ, ਕੀ ਸਿਚੁਏਸ਼ਨਸ ਨੇ। ਅੱਛਾ ਇਰਵਿਨ, ਬਹੁਤ ਲੋਕਾਂ ਨੂੰ ਲੱਗਦਾ ਹੈ ਕਿ ਆਡੀਸ਼ਨ ਦੇਣਾ ਵੀ ਕਿਉਂ ਦੇਣਾ ਹੈ ਜਾਂ ਕੁਝ ਵੀ ਇਦਾਂ, ਐਜ਼ ਐਨ ਆਰਟਿਸਟ ਇਹ ਕਿੰਨਾ ਕੁ ਇੰਪੋਰਟੈਂਟ ਆ? ਕਿਉਂਕਿ ਫੇਲੀਅਰਸ ਵੀ ਮਿਲਦੇ ਨੇ ਸਾਨੂੰ ਆਡੀਸ਼ਨਸ ਦੇ ਵਿੱਚ। ਸੋ ਐਜ਼ ਐਨ ਆਰਟਿਸਟ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਕੁੜੀਆਂ ਨੂੰ ਜਿਨ੍ਹਾਂ ਨੂੰ ਸਮਹਾਉ ਆਡੀਸ਼ਨ ਦਾ ਫੇਲੀਅਰ ਲਾਈਫ ਦਾ ਇੱਕ ਬਹੁਤ ਵੱਡਾ ਬੈਕ ਸਟੈਪ ਲੱਗਦਾ ਹੈ, ਜੋ ਕਿ ਨਹੀਂ ਹੁੰਦਾ ਓਬਵੀਅਸਲੀ? ਯਾ ਆਡੀਸ਼ਨਸ ਆਰ ਵੈਰੀ ਇੰਪੋਰਟੈਂਟ। ਠੀਕ ਹੈ, ਕਈ ਵਾਰੀ ਤੁਸੀਂ ਮਤਲਬ ਡਿਜ਼ਰਵ ਕਰਦੇ ਹੋ ਜਾਂ ਕਈ ਵਾਰੀ ਕਿਸੇ ਅਨਡਿਜ਼ਰਵਿੰਗ ਪਰਸਨ ਨੂੰ ਉਹ ਚੀਜ਼ ਮਿਲ ਜਾਂਦੀ ਹੈ, ਬਟ ਆਡੀਸ਼ਨਸ ਦੇਣੇ ਬਹੁਤ ਜ਼ਰੂਰੀ ਨੇ। ਤੇ ਸਮੇਂ ਤੁਸੀਂ ਉਸ ਚੀਜ਼ ਨੂੰ ਬਹੁਤ ਲਰਨ ਕਰਦੇ ਹੋ, ਤੁਸੀਂ ਆਸ-ਪਾਸ ਦੇ এনवायरमेंट ਨੂੰ ਦੇਖਦੇ ਹੋ, ਤੁਸੀਂ ਕੈਮਰਾ ਤੁਹਾਡੇ ਅੱਗੇ ਰੋਲ ਹੋ ਰਿਹਾ, ਉਹ ਵੀ ਤੁਹਾਡੇ ਵਾਸਤੇ ਇੱਕ ਐਕਸਪੀਰੀਅੰਸ ਹੈ। ਯੂ ਆਰ ਗੈਟਿੰਗ ਐਕਸਪੀਰੀਅੰਸ ਆਫ ਗੈਟਿੰਗ ਅ ਸ਼ਾਟ ਬੇਸਿਕਲੀ, ਹੈ ਨਾ, ਵੀ ਤੁਹਾਨੂੰ ਸ਼ੂਟ ਕਰ ਰਿਹਾ ਕੋਈ ਜਿਹੜੀ ਚੀਜ਼ ਆਪਾਂ ਐਕਚੁਅਲ ਅਗਰ ਕੋਈ ਬੰਦਾ ਸਕਰੀਨ ਦੇ ਸਾਹਮਣੇ ਆਉਣਾ ਚਾਹ ਰਿਹਾ ਤਾਂ ਉਹਦੇ ਵਾਸਤੇ ਉਹ ਸਭ ਤੋਂ ਪਹਿਲੀ ਚੀਜ਼ ਹੈ ਜੀ। ਜੇ ਤੁਸੀਂ ਉਹਦੇ ਅੱਗੇ ਕੌਨਫੀਡੈਂਟ ਹੋ ਐਂਡ ਯੂ ਨੋ ਦੈਟ ਯੂ ਗੇਵ ਯੋਰ 100%, ਦੈਟਸ ਇਟ। ਆਡੀਸ਼ਨਸ ਬਹੁਤ ਆਉਂਦੇ ਨੇ, ਆਡੀਸ਼ਨਸ ਦੇਣੇ ਬਹੁਤ ਜ਼ਰੂਰੀ ਨੇ, ਬਿਕਾਜ਼ ਮੇਰਾ ਜਦੋਂ ਵੀ ਸਿਲੈਕਸ਼ਨ ਹੋਇਆ ਕਿਸੇ ਵੀ ਚੀਜ਼ ਆਡੀਸ਼ਨ ਦੇ ਥਰੂ ਹੋਇਆ ਜੀ। ਕਦੀ ਵੀ ਐਵੇਂ ਮੈਂ ਕਿਸੇ ਅਪਰੋਚ ਤੋਂ ਜਾਂ ਕਿਸੇ ਵੀ ਚੀਜ਼ ਤੇ ਮੈਂ ਕਦੀ ਨਹੀਂ ਗਈ ਨਹੀਂ। ਤੇ ਇਟਸ ਗੁੱਡ, ਆਈ ਮੀਨ ਇਟ ਗਿਵ ਯੂ ਅ ਪੋਜ਼ਿਟਿਵਿਟੀ। ਮੈਂ ਇਸ ਚੀਜ਼ ਨੂੰ ਨੈਗੇਟਿਵ ਵੇਚ ਕਹੂੰਗੀ, ਮੈਂ ਬਹੁਤ ਆਡੀਸ਼ਨਸ ਤੋਂ ਬਾਹਰ ਹੋਈ ਹਾਂ, ਬਟ ਮੈਨੂੰ ਜਦੋਂ ਸਿਲੈਕਸ਼ਨ ਹੋਣੀ ਹੁੰਦੀ ਸੀ ਨਾ, ਮੈਨੂੰ ਪਹਿਲਾਂ ਪਤਾ ਸੀ ਵੀ ਦਿਸ ਇਜ਼ ਮਾਈਨ। ਓਕੇ, ਉਹ ਇੱਕ ਵੱਖਰੀ ਖੁਸ਼ੀ ਹੁੰਦੀ ਹੈ। ਓਕੇ, ਇਟਸ ਗੁੱਡ। ਐਡਿਕਸ਼ਨ ਹੈ ਤੁਹਾਨੂੰ ਫੋਨ ਵਗੈਰਾ ਚਲਾਉਣ ਦੀ? ਨਹੀਂ, ਬਿਲਕੁਲ ਨਹੀਂ। ਸਟਾਕ ਕਰਦੇ ਹੋ? ਨੋ, ਕਿਸੇ ਨੂੰ ਨਹੀਂ। ਨਾ। ਅਡੋਰ ਕਰਦੇ ਹੋ? ਸਰਤਾਜ ਸਰ। ਐਂਡ ਜੇ ਐਕਟ੍ਰੈਸਸ ਦੀ ਗੱਲ ਕੀਤੀ ਜਾਵੇ, ਫੀਮੇਲ ਐਕਟ੍ਰੈਸਸ, ਨੋ ਵਨ। ਐਂਡ ਸਟਾਕ ਕਰਦੇ ਹੀ ਨਹੀਂ ਤੁਸੀਂ ਇੰਸਟਾ ਤੇ ਜਾ ਕੇ? ਕਿਸੇ ਦੀ ਪ੍ਰੋਫਾਈਲ ਨਹੀਂ ਕਦੀ ਖੋਲ ਕੇ ਵੇਖੀ ਵੀ ਕੀ ਹੋ ਰਿਹਾ ਹੈ,
ਕੀ ਕਰ ਰਹੇ ਐਵੇਂ ਨੇ ਨਹੀਂ मतलब किसी ने कुछ दस्या होए भी हाँ उसकी लाइफ में ऐसा हो रहा है तो मैं कभी कभी खोल लिया मसाला टाइप हाँ नहीं अदरवाइज नहीं बिकॉज आई एम नॉट इवन अ इंस्टा पर्सन लाइक एवरी टाइम पीपल अराउंड मी दे आर लाइक कि भी अपना इंस्टा स्ट्रॉन्ग कर ले यार मैं कह यार मुझसे नहीं होता ये आई मीन वंस आई एम वर्किंग आई विल डू थिंग्स व्हिच इज एप्रोप्रिएट डूइंग बट अदरवाइज मैं ऐसे ही नहीं कुछ भी पोस्ट कर सकती सो आई एम नॉट अ इंस्टा पर्सन आल्सो तो फिलहाल लाइफ जो है वो एक स्मूथ राइड पे चल रही Very smooth, है ना सो मैं ज़रूर चाहांगी कि जान तो पहला बीइंग अ गर्ल बीइंग अ आर्टिस्ट है ना बीइंग एन आर्टिस्ट और बीइंग अ गर्ल ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕੁੜੀਆਂ ਨੂੰ ਤੇ ਕੀ ਮੰਤਰ ਹੈ ਲਾਈਫ ਨੂੰ ਕਿਸ ਤਰ੍ਹਾਂ ਪੋਜ਼ਿਟਿਵਿਟੀ ਦੇ ਨਾਲ ਕੈਰੀ ਫਾਰਵਰਡ ਕੀਤਾ ਜਾ ਸਕਦਾ ਹੈ सी बीइंग अ फीमेल ਅਪਸ ਐਂਡ ਡਾਊਨਸ ਬਹੁਤ ਆਉਂਦੇ ਨੇ ਬਟ ਆਪਾਂ ਕਈ ਵਾਰੀ ਇਹ ਚੀਜ਼ ਨੂੰ ਬਹੁਤ ਜ਼ਿਆਦਾ ਫੀਲ ਕਰ ਲੈਂਦੇ ਵੀ ਹਮ ਫੀਮੇਲਸ ਹੈ ਤਾਂ ਇਹ ਚੀਜ਼ ਸਾਡੇ ਵਾਸਤੇ ਹੀ ਜ਼ਿਆਦਾ ਹੈ ਜਾਂ ਲੋਕਾਂ 'ਚ ਸਾਡੇ ਵਾਸਤੇ ਸਟਰਗਲਸ ਜ਼ਿਆਦਾ ਨੇ ਐਵੇਂ ਕੁਝ ਨਹੀਂ ਹੁੰਦਾ एवरीवन हैव सेम स्ट्रगल्स किसी दी किस चीज़ 'ਚ किसी दी किसी चीज होर चीज़ 'ਚ जस्ट कीप ऑन मूविंग एक पॉजिटिविटी ये रखो भी दिस इज़ मी दिस इज़ व्हाट गॉड मेड मी दिस इज़ हू आई हैव टू बी ਇਹ ਮੈਂ ਉਹਨਾਂ ਨੇ ਬਣਾਇਆ ਹੈ ਰੱਬ ਨੇ ਮੈਨੂੰ ਇਸ ਤਰੀਕੇ ਨਾਲ ਬਣਾਇਆ ਤਾਂ ਮੈਨੂੰ ਐਵੇਂ ਹੀ ਰਹਿਣਾ ਹੈ ਇਹਨੂੰ ਹੋਰ ਬਿਊਟੀਫਾਈ ਕਰਨਾ ਹੈ ਸੋ ਦੈਟ ਇਜ਼ ਇਨ ਯੋਰ ਹੈਂਡਸ ਹਾਊ ਯੂ ਬਿਊਟੀਫਾਈ ਯੋਰਸੈਲਫ ਆਪਦੇ ਆਪ ਨੂੰ ਐਨਹਾਂਸ ਕਰੋ ਮਤਲਬ ਫਲਰਿਸ਼ ਯੋਰਸੈਲਫ ਬਿਊਟੀਫਾਈ ਯੋਰਸੈਲਫ ਦੈਟਸ ਇਟ ਥੈਂਕ ਯੂ ਸੋ ਮਚ ਫॉर द ਪੋਜ਼ਿਟਿਵ ਮੈਸੇਜ ਐਂਡ ਬਿਊਟੀਫੁਲ ਟੂ ਸੋ ਮੈਨੂੰ ਇਹ ਦੱਸੋ ਵੀ ਤੁਸੀਂ ਇੱਕ ਮਤਲਬ ਸਾਡੇ ਨਾਲ ਐਕਟਰ ਬੈਠਾ ਹੋਇਆ ਸੋ ਅਸੀਂ ਤਾਂ ਜ਼ਰੂਰ ਚਾਹਾਂਗੇ ਕਿ ਕੋਈ ਡਾਇਲੌਗ ਜਾਂ ਇੱਕ ਗਾਣੇ ਦੇ ਨਾਲ ਅਸੀਂ ਐਂਡਿੰਗ ਕਰੀਏ ਗਾਣੇ ਦੇ ਨਾਲ ਜਾਂ ਕੋਈ ਐਕਟਿੰਗ ਅਰੇ ਬਾਪ ਰੇ ਜੋ ਵੀ ਤੁਹਾਡੇ ਲਈ ਮਤਲਬ ਜਿਸ ਦੇ ਵਿੱਚ ਤੁਸੀਂ ਕੰਫਰਟੇਬਲ ਹੋ ਓਕੇ ਮੈਂ ਕਹਦਾ ਗਾਣਾ ਸੁਣਾਓ ਤੁਸੀਂ ਮੈਨੂੰ ਕਹੋ ਗਾਣੇ ਲਈ ਕਿੱਦਾਂ ਕਿਹਾ ਤੁਸੀਂ ਮੈਨੂੰ ਮੇਰੀ ਪ੍ਰੈਪਰੇਸ਼ਨ ਨਹੀਂ ਸੀ ਮੈਂ ਨਹੀਂ ਨਹੀਂ ਆਈ ਕੈਨ ਸਿੰਗ ਮੈਂ ਤਾਂ ਕੁਝ ਵੀ ਕਰ ਸਕਦੀ ਫਿਰ ਤੇ ਤੁਸੀਂ ਗਾਣਾ ਹੀ ਗਾਓਗੇ ਯਾ ठीक है गाना सुना देने हैं बिल्कुल ऑलराइट मैं वैसे काफी टाइम बाद गा रही हूँ कोई गल नहीं गली में मारे फेरे पास आने को मेरे गली में मारे फेरे पास आने को मेरे कभी परखता नैन मेरे तो कभी परखता तोर कभी परखता नैन मेरे तो कभी परखता तोर अंबर सरिया मुंडिया वे कच्चियां कलियां ना तोड़ तेरी माँ ने बोले हैं मुझे तीखे से बोल अंबर सरिया ਵੈਲ ਡਨ Thank you. ਦਿੱਲੀ ਦੀ ਕੁੜੀ ਨੇ ਦਿੱਲੀ 'ਚ ਹੀ ਸ਼ੂਟ ਹੋਈ ਵਾਲੀ ਫਿਲਮ ਫੁਕਰੇ ਦਾ ਗਾਣਾ ਗਾਇਆ ਮਤਲਬ ਜਿਸ ਦੇ ਵਿੱਚ ਪ੍ਰੋਪਰ ਦਿੱਲੀ ਦਾ ਹੀ ਮਸਾਲਾ ਐਂਡ ਤੜਕਾ ਹੈ ਸੋ ਕਿਤੇ ਨਾ ਕਿਤੇ ਰਿਲੇਟ ਕਰ ਹੀ ਜਾਣਾ ਹੈ ਬੰਦਾ ਹੈ ਨਾ ਸੋ ਆਲ ਦ ਵੈਰੀ ਬੈਸਟ ਐਂਡ ਆਲ ਮਾਈ ਬੈਸਟ ਵਿਸ਼ੇਸ ਐਂਡ ਲਵ ਟੂ ਯੂ ਇਰਵਿਨ ਸੋ ਪਰਮਾਤਮਾ ਤੁਹਾਡਾ ਹਰ ਸੁਪਨਾ ਪੂਰਾ ਕਰੇ थैंक यू वेरी मच थैंक्स अ लॉट ਥੈਂਕ ਯੂ ਸੋ ਮਚ ਐਂਡ ਤੁਹਾਡਾ ਸਾਰਿਆਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਇਸ ਇੰਟਰਵਿਊ ਨੂੰ ਵੇਖਿਆ ਤੁਹਾਨੂੰ ਕੀ ਸੋਚਦੇ ਹੋ ਤੁਸੀਂ ਇੰਡਸਟਰੀ ਨੂੰ ਲੈ ਕੇ ਆਰਟਿਸਟ ਨੂੰ ਲੈ ਕੇ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ ਕਮੈਂਟ ਸੈਕਸ਼ਨ ਦੇ ਵਿੱਚ ਬਾਕੀ ਦੇਖਦੇ ਰਹੋ ਸਿਨੇ ਪੰਜਾਬੀ ਤੁਹਾਨੂੰ ਆਲਵੇਜ਼ ਐਂਟਰਟੇਨ ਐਂਡ ਅਪਡੇਟ ਕਰਦੇ ਰਵਾਂਗੇ ਆਪਣਾ ਤੇ ਆਪਣਿਆਂ ਦਾ ਰੱਖੋ ਖਿਆਲ ਸਾਨੂੰ ਦੋਨਾਂ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ